किताब ते सिख भी निगलिया गया। लेखक सरदार कुलबीर सिंह कौड़ा। भाग 6वां। आवाज़ भाई गुरजंट सिंह रूपोवाली। वाहिगुरू जी का खालसा वाहिगुरू जी की फतेह। पिंड बड़ू के बड़ू साहिब। इकबाल सिंह नां दा एक व्यक्ति हिमाचल प्रदेश के सूबा बनन ते इस सूबे के खेतीबाड़ी विभाग के बागबानी विंग विच इंस्पैक्टर सन। बाਅद विच शायद होर तरक्की कर गए होणगे। विआह नहीं करवाया जां होया नहीं, इस गल विचों किसी ने की कढ़ना पाउणा है। वैसे विआह ना होण दे दो कारण हुंदे हन, जां तां किसी ने कुड़ी ना दित्ती होवे ते जां बंदा नमर्द होवे, नहीं तां तीजा होर कोई कारण हो नहीं सकदा। हाँ, ज्ञान दे गल विच रस्सा पा के भावें कोई जो मर्जी आखी जावे कि बचपन विच ही प्रभु दी लगन लग गई सी। बंदा पुछे कि इन्हां नूं प्रभु दी लगन 10 गुरुआं नालों वध लग गई सी। सारे गुरुआं ने विआह करवाए ते गृहस्थ मार्ग नूं ही उत्तम दस्सिया है। कई कह दिंदे हन लोक सेवा करके विआह नहीं करवाया, जां होर कुछ भी कोई कह सकदा है, पर यह सारी बहानेबाजी है। जदों इकबाल सिंह दी खेतीबाड़ी महकमे विचों रिटायर होए तां नवें सिरियों जिंदगी जीण दी समस्या उन्हां दे सामणे सी। हिमाचल दे चप्पे चप्पे दे ਉਹ ਜਾਣੂ ਸਨ। एक पिंड कई सालों तो दो पिंडां जां परिवारां दी दुश्मनी दा कारण सी। पंजाब दे पिंडां वांग ही इहो ਜਿਹੇ झगड़े दा अंत एक पार्टी दे किनारा करके किते दूर चले जाण नाल ही हुंदा है, नहीं तां कदी इधरों ते कदी उधरों किसे ना किसे दा कतल हुंदा ही रहिंदा है। सरदार इकबाल सिंह ने सेवा मुक्त होण तो बाद मिली रकम नाल ਇਹ ਪਿੰਡ खरीद लिया। इस पिंड दा नाम बड़ू सी। हुण जे कोई पुछे कि ਇਹ बड़ू तो बड़ू साहब किवें बन गया तां बिल्कुल उसे तरह ही बनिया जिवें साडा एक जिले दा जनरल सकत्तर हर गल नाल साहब ला दिंदा है। पीड़ी साहब, थड़ा साहब, हस्पताल साहब ते बिरध आश्रम साहब, इसे तरह ही ये बड़ू साहिब बन गया। इस जमीन दा वाधा यह सी कि इस दे विचों दी एक झरना वगदा है ਜਿਹੜਾ ਸਾਰਾ ਸਾਲ ਵਗਦਾ ਰਹਿੰਦਾ ਹੈ। ਪਹਾੜਾਂ ਵਿੱਚ ਪਾਣੀ ਦਾ ਹੋਣਾ ਬਹੁਤ ਵੱਡੀ ਗੱਲ ਹੁੰਦੀ ਹੈ, ਕਿਉਂਕਿ ਪਹਾੜਾਂ ਵਿੱਚ ਤਾਂ ਟੂਟੀ ਦਾ ਕਨੈਕਸ਼ਨ ਲੈਣ ਲਈ ਵੀ ਵਜ਼ੀਰਾਂ ਤੱਕ ਦੀ ਸਿਫਾਰਿਸ਼ ਪਾਉਣੀ ਪੈਂਦੀ ਹੈ। ਸਭ ਤੋਂ ਪਹਿਲਾਂ ਇਸ ਥਾਂ ਤੇ ਬਿਰਧ ਆਸ਼ਰਮ ਬਣਾਇਆ ਗਿਆ। ਸਰਦਾਰ ਇਕਬਾਲ ਸਿੰਘ ਵੀ ਆਪਣੀ ਬਿਰਧ ਅਵਸਥਾ ਦਾ ਹੱਲ ਇਸੇ ਨੂੰ ਹੀ ਸਮਝ ਰਹੇ ਸਨ। ਪੰਜਾਬ ਦੇ ਪਿੰਡਾਂ ਤੋਂ ਬਿਰਧ ਇਕੱਠੇ ਕਰਕੇ ਲਿਆਂਦੇ ਗਏ। ਇਹ ਸਥਾਨ ਪਹਾੜਾਂ ਵਿੱਚ ਉੱਥੇ ਹੈ ਜਿੱਥੇ ਕੋਈ ਸੜਕ ਜਾਂ ਡਾਕਤਾਰ ਆਦਿ ਦਾ ਕੋਈ ਪ੍ਰਬੰਧ ਨਹੀਂ। ਪਹਿਲਾਂ ਤਾਂ ਇੰਨੀ ਛੋਟੀ ਸੜਕ ਸੀ ਕਿ ਸਿਰਫ ਇੱਕ ਜੀਪ ਜਾਂ ਇੱਕ ਬੱਸ ਹੀ ਸੜਕ ਤੋਂ ਲੰਘ ਸਕਦੀ ਸੀ, ਦੂਜੀ ਨੂੰ ਖਲੋਣਾ ਪੈਂਦਾ ਸੀ। ਸੜਕ ਦੇ ਉੱਪਰ ਪਹਾੜ ਸਨ। ਜੇ ਰੱਬ ਨਾ ਕਰੇ ਪਹਾੜ ਦੇ ਪੱਥਰ ਕਿਸੇ ਵਜ੍ਹਾ ਨਾਲ ਸੜਕ ਵਿੱਚ ਡਿੱਗ ਪੈਣ ਤਾਂ ਫੌਜ ਹੀ ਉਹ ਰਾਹ ਚਾਲੂ ਕਰ ਸਕਦੀ ਸੀ। ਸਿਵਲ ਪ੍ਰਬੰਧਕਾਂ ਦੇ ਵੱਸ ਦਾ ਕੰਮ ਨਹੀਂ ਸੀ। ਚੁਣ ਕੇ ਇਕੱਠੇ ਕਰਕੇ ਲਿਆਂਦੇ ਹੋਏ ਬਿਰਧ ਹਫ਼ਤਾ 2 ਹਫ਼ਤੇ ਹੀ ਇੱਥੇ ਰਹੇ। ਪੰਜਾਬ ਦੇ ਛਟੇ ਫੂਕੇ ਹੋਏ ਬੁੱਢੇ ਜਿਹੜੇ ਹਰ ਕਿਸੇ ਨਾਲ ਆਡਾ ਲੈਣ ਗਿੱਝੇ ਹੋਏ ਹੋਣ, ਨੂੰਹਾਂ ਜਾਂ ਪੁੱਤਾਂ ਦੀ ਧੀ ਦੀ ਭੈਣ ਦੀ ਕਰਨ ਵਾਲੇ ਹੋਣ, ਕਿੰਨਾ ਕੁ ਚਿਰ ਇਹਨਾਂ ਬੀਆਬਾਨ ਪਹਾੜਾਂ ਵਿੱਚ ਰਹਿ ਸਕਦੇ ਸਨ। ਛੇਤੀ ਹੀ ਉਹਨਾਂ ਨੂੰ ਪੋਤੇ ਪੋਤੀਆਂ ਤੇ ਪਰਿਵਾਰ ਦੀ ਯਾਦ ਸਤਾਉਣ ਲੱਗ ਪਈ। ਇੱਕ ਕਰਕੇ ਉਹ ਸਾਰੇ ਬੁੱਢੇ ਪੱਤਰਾ ਵਾਚ ਗਏ ਤੇ ਬਣਾਈ ਹੋਈ ਬਿਰਧ ਆਸ਼ਰਮ ਦੀ ਇਮਾਰਤ ਵਿੱਚ ਉੱਲੂ ਬੋਲਣ ਲੱਗ ਪਏ। ਸਰਦਾਰ ਇਕਬਾਲ ਸਿੰਘ, ਜਿਨ੍ਹਾਂ ਦੀ ਸਭ ਛੱਲੀ ਪੂਣੀ ਇਸ ਥਾਂ ਤੇ ਲੱਗ ਚੁੱਕੀ ਸੀ, ਨੂੰ ਬੜੀ ਚਿੰਤਾ ਹੋਈ। ਕਿਸੇ ਸਿਆਣੇ ਸੱਜਣ ਪੁਰਸ਼ ਨੇ ਸਲਾਹ ਦਿੱਤੀ ਕਿ ਉੱਥੇ ਬੱਚਿਆਂ ਦਾ ਸਕੂਲ ਬਣਾ ਦਿਓ। ਬੁੱਢੇ ਤਾਂ ਭੱਜ ਗਏ ਹਨ, ਛੋਟੇ ਬੱਚਿਆਂ ਨੇ ਭੱਜ ਕੇ ਕਿਹੜੀ ਮਾਂ ਕੋਲ ਜਾਣਾ ਹੈ। ਉਹਨਾਂ ਨੂੰ ਇਹ ਗੱਲ ਜੱਚ ਗਈ ਤੇ ਉਹ ਬਿਰਧ ਆਸ਼ਰਮ ਸਕੂਲ ਬਣ ਗਿਆ, ਪਰ ਨਾਲ ਗੁਰਦੁਆਰਾ ਤਿਆਰ ਕਰਵਾ ਕੇ ਉਸ ਦਾ ਨਾਂ ਬੜੂ ਸਾਹਿਬ ਰੱਖ ਦਿੱਤਾ ਗਿਆ, ਜੋ ਚੱਲ ਨਿਕਲਿਆ। ਹੁਣ ਸਾਰੇ ਇਸ ਨੂੰ ਬੜੂ ਸਾਹਿਬ ਹੀ ਕਹਿੰਦੇ ਹਨ, ਪਰ ਇਹ ਗੱਲ ਪੱਕੀ ਹੈ ਕਿ ਇਸ ਦਾ ਕੋਈ ਵੀ ਹੋਰ ਇਤਿਹਾਸਕ ਪਿਛੋਕੜ ਨਹੀਂ। ਪੰਜਾਬ ਵਿੱਚ ਜੋ ਵੀ ਸਾਧ ਨਵਾਂ ਗੁਰਦੁਆਰਾ ਬਣਾਉਂਦਾ ਹੈ, ਇਹ ਝੂਠੀ ਅਫਵਾਹ ਵੀ ਉਡਾ ਦਿੰਦਾ ਹੈ ਕਿ ਇਸ ਪਵਿੱਤਰ ਅਸਥਾਨ ਤੇ ਗੁਰੂ ਜੀ ਆਏ ਸਨ, ਜਾਂ ਕਹਿ ਦਿੰਦਾ ਹੈ 2 ਗੁਰੂ ਜੀ ਆਏ ਸਨ। ਕਈ ਤਾਂ ਇੱਥੋਂ ਤੱਕ ਵੀ ਕਹਿ ਦਿੰਦੇ ਹਨ ਇੱਥੇ 3 ਗੁਰੂ ਸਾਹਿਬਾਨ ਆਏ ਸਨ, ਤਾਂ ਕਿ ਲੋਕ ਸਮਝਣ ਕਿ ਇਹ ਬਹੁਤ ਹੀ ਜਾਰੀ ਥਾਂ ਹੈ। ਅੱਜ ਕੱਲ੍ਹ ਬਾਬੇ ਇਕਬਾਲ ਸਿੰਘ ਨੇ ਵੀ ਕਿਤਾਬ 'ਚ ਜਿਹੇ ਛਪਵਾਏ ਹੋਏ ਹਨ
ਜਿਨ੍ਹਾਂ ਵਿੱਚ ਲਿਖਿਆ ਹੋਇਆ ਹੈ ਕਿ ਭੰਗਾਣੀ ਦਾ ਯੁੱਧ ਲੜਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੂ ਪਿੰਡ ਵਿੱਚ ਆਏ ਸਨ ਤੇ ਉਹਨਾਂ ਦੇ ਚਰਨਾਂ ਦੀ ਛੋਹ ਇਸ ਪਵਿੱਤਰ ਧਰਤੀ ਨੂੰ ਪ੍ਰਾਪਤ ਹੈ। ਇਹ ਗੱਲ ਨਿਰੀ ਬਕਵਾਸ ਅਤੇ ਝੂਠੀ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੁਰੱਖਿਆ ਦਾ ਏਡਾ ਵੱਡਾ ਮਸਲਾ ਸੀ ਕਿ ਉਹ ਸਾਰੀ ਉਮਰ ਅੰਮ੍ਰਿਤਸਰ ਦਰਬਾਰ ਸਾਹਿਬ ਵੀ ਨਹੀਂ ਜਾ ਸਕੇ ਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਆਨੰਦਪੁਰ ਸਾਹਿਬ ਦੇ ਨੇੜੇ ਤੇੜੇ ਹੀ ਰਹੇ ਤੇ ਸਿੱਖਾਂ ਦੇ 10 ਗੁਰੂ ਸਾਹਿਬਾਨ ਪੰਜਾਬ ਦੀ ਧਰਤੀ ਤੇ ਹੋਏ ਹਨ ਤੇ ਉਹ ਅਕਸਰ ਇਸੇ ਧਰਤੀ ਤੇ ਹੀ ਵਿਚਰਦੇ ਰਹੇ ਹਨ। ਪੰਜਾਬ ਦੀ ਧਰਤੀ ਦੇ ਚੱਪੇ-ਚੱਪੇ ਨੂੰ ਉਹਨਾਂ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਇਸੇ ਲਈ ਹੀ ਲੋਕ ਇਹਨਾਂ ਸਾਧਾਂ ਦਾ ਜਰਮਨੀ ਦੇ ਗੋਏਬਲਜ਼ ਵਾਲਾ ਝੂਠ ਸੱਚ ਮੰਨ ਜਾਂਦੇ ਹਨ। ਕੀ ਫਿਰ ਸਾਰਾ ਪੰਜਾਬ ਗੁਰਦੁਆਰਿਆਂ ਵਿੱਚ ਹੀ ਤਬਦੀਲ ਨਹੀਂ ਕਰ ਦੇਣਾ ਚਾਹੀਦਾ? ਇਕੱਲੇ ਸਿੱਖਾਂ ਦੀ ਹੀ ਗੱਲ ਨਹੀਂ, ਕਿਸੇ ਨੂੰ ਵੀ ਪੁੱਛੋ ਕਿ ਤੁਸੀਂ ਕਾਕੇ ਜਾਂ ਗੁੱਡੀ ਨੂੰ ਕੀ ਬਣਾਉਣਾ ਚਾਹੁੰਦੇ ਹੋ ਤਾਂ ਕੋਈ ਕਹਿੰਦਾ ਹੈ ਡੀਸੀ, ਕੋਈ ਕਹਿੰਦਾ ਹੈ ਐਸਪੀ, ਕੋਈ ਕਹਿੰਦਾ ਹੈ ਡਾਕਟਰ ਤੇ ਕੋਈ ਕਹਿੰਦਾ ਹੈ ਇੰਜੀਨੀਅਰ। ਕੋਈ ਇੱਕ ਵੀ ਐਸਾ ਇਨਸਾਨ ਨਹੀਂ ਮਿਲਦਾ ਜਿਹੜਾ ਆਖੇ ਕਿ ਮੈਂ ਆਪਣੇ ਪੁੱਤ ਨੂੰ ਚੰਗਾ ਇਨਸਾਨ ਬਣਾਉਣਾ ਚਾਹੁੰਦਾ ਹਾਂ। ਫਿਰ ਸਾਡੇ ਸਮਾਜ ਤੇ ਬੰਬਈਆਂ ਫਿਲਮਾਂ ਦਾ ਵੀ ਬੜਾ ਅਸਰ ਹੈ। ਹਰ ਮਾਂ ਪਿਓ ਚਾਹੁੰਦਾ ਹੈ ਮੇਰਾ ਪੁੱਤ ਜਾਂ ਧੀ ਪੜ੍ਹਾਈ ਵਿੱਚੋਂ ਪਹਿਲੇ ਨੰਬਰ ਤੇ ਆਵੇ, ਖੇਡਾਂ ਵਿੱਚ ਵੀ ਅੱਵਲ ਹੋਵੇ ਤੇ ਹੋਰ ਗੀਤ ਸੰਗੀਤ ਆਦਿ ਵਿੱਚ ਵੀ ਪਹਿਲੇ ਨੰਬਰ ਤੇ ਹੋਵੇ। ਪਰ ਸਿੱਖ ਪਰਿਵਾਰ ਇਸ ਤੋਂ ਵੀ ਇੱਕ ਕਦਮ ਅਗਾਂਹ ਲੰਘ ਜਾਂਦੇ ਹਨ ਤੇ ਖਾਸ਼ ਰੱਖਦੇ ਹਨ ਕਿ ਸਾਡੇ ਬੱਚੇ ਸਿੱਖੀ ਵਿੱਚ ਵੀ ਪ੍ਰਪੱਕ ਹੋ ਜਾਣ, ਸ਼ਬਦ ਕੀਰਤਨ ਵੀ ਕਰਨ ਤੇ 2 ਵੇਲੇ 5 ਬਾਣੀਆਂ ਦੇ ਨਿਤਨੇਮੀ ਹੋਣ ਤੋਂ ਇਲਾਵਾ ਸਿੱਖ ਇਤਿਹਾਸ ਤੋਂ ਵੀ ਪੂਰੀ ਤਰ੍ਹਾਂ ਜਾਣੂ ਹੋਣ, ਤਾਂ ਕਿ ਅਸੀਂ ਸਿੱਖ ਸਮਾਜ ਵਿੱਚ ਆਪਣੇ ਬੱਚਿਆਂ ਦੀ ਲਿਆਕਤ ਦੀਆਂ ਡੀਂਗਾਂ ਮਾਰ ਸਕੀਏ। ਇਹ ਸਾਰੀਆਂ ਖਾਸ਼ਾਂ ਉਸ ਨੌਜਵਾਨ ਲੜਕੀ ਦੀਆਂ ਖਾਸ਼ਾਂ ਵਾਂਗ ਹਨ ਜਿਸ ਦੇ ਸਿਰ ਤੇ ਬੰਬਈਆਂ ਫਿਲਮਾਂ ਦਾ ਭੂਤ ਸਵਾਰ ਹੋਇਆ ਹੋਵੇ ਤੇ ਉਹ ਆਖੇ ਮੈਂ ਉਸ ਮੁੰਡੇ ਨਾਲ ਵਿਆਹ ਕਰਵਾਉਣਾ ਹੈ ਜਿਹੜਾ ਫਿਲਮਾਂ ਦੇ ਹੀਰੋ ਵਾਂਗ ਅਮੀਰ ਹੋਵੇ, ਪਾਰਟੀਆਂ ਵਿੱਚ ਗਾਣਾ ਗਾਵੇ ਤੇ ਚੱਲਦੇ ਜਹਾਜ਼ ਵਿੱਚੋਂ ਛਾਲ ਮਾਰ ਦੇਵੇ ਤੇ ਉਸ ਨੂੰ ਝਰੀਟ ਨਾ ਆਵੇ, ਅੱਗ ਵਿੱਚੋਂ ਲੰਘ ਜਾਵੇ, ਸਮੁੰਦਰ ਤਰ ਕੇ ਪਾਰ ਕਰ ਲਵੇ, ਇਕੱਲਾ ਹੀ 20 ਤੇ ਭਾਰੂ ਹੋਵੇ, ਡਿਸ਼ਕੂ ਡਿਸ਼ਕੂ ਕਰਕੇ ਲੋਕਾਂ ਦੇ ਨੱਕਾਂ ਤੇ ਮੁੱਕੇ ਮਾਰੇ, ਉਹ ਸਾਰੇ ਬੇਹੋਸ਼ ਹੋ ਕੇ ਸੜਕ ਵਿੱਚ ਲੰਮੇ ਪੈ ਜਾਣ, ਪਰ ਮੇਰਾ ਹੀਰੋ ਹੱਥ ਤੇ ਹੱਥ ਮਾਰ ਕੇ ਮਿੱਟੀ ਝਾੜ ਕੇ ਮੇਰੇ ਨਾਲ ਘੋੜੇ ਦੀ ਸਵਾਰੀ ਕਰਕੇ ਆਉ ਜਾਵੇ। ਇਸ ਤਰ੍ਹਾਂ ਦੀਆਂ ਖਾਸ਼ਾਂ ਹੀ ਬੱਚਿਆਂ ਦੇ ਮਾਂ-ਪਿਓ ਨੂੰ ਸਾਰੇ ਨਾਚ ਨਚਾਉਂਦੀਆਂ ਹਨ। ਨਹੀਂ ਤਾਂ ਇਹ ਪ੍ਰਮਾਣਿਕ ਸੱਚ ਹੈ ਕਿ IAS ਤੇ IPS, IFS, IRS ਆਦਿ ਤੇ ਹੋਰ ਜਿੰਨੇ ਵੀ ਉੱਚ ਮੁਕਾਬਲੇ ਦੇ ਇਮਤਿਹਾਨ ਹਨ ਵਿੱਚ 90% ਅਫਸਰ ਆਨੇ ਟਕੇ ਫੀਸ ਵਾਲੇ ਤੱਪੜਾਂ ਤੇ ਬੈਠ ਕੇ ਪੜ੍ਹਾਈ ਕਰਵਾਉਣ ਵਾਲੇ ਸਕੂਲਾਂ ਵਿੱਚੋਂ ਹੀ ਆਉਂਦੇ ਹਨ। ਜਦੋਂ ਸਕੂਲ ਚਾਲੂ ਹੋ ਗਿਆ ਤਾਂ ਕੁਝ ਬੱਚੇ ਐਸੇ ਛਾਂਟੇ ਗਏ ਜਿਹੜੇ ਪੜ੍ਹਾਈ ਵਿੱਚੋਂ ਵੀ ਚੰਗੇ ਸਨ, ਸਰੀਰਕ ਪੱਖੋਂ ਰਿਸ਼ਟ-ਪੁਸ਼ਟ ਤੇ ਹਾਰਮੋਨੀਆ ਤੇ ਤਬਲਾ ਆਦਿ ਵਜਾ ਕੇ ਸ਼ਬਦ ਕੀਰਤਨ ਵੀ ਬੜਾ ਸੁਰੀਲਾ ਕਰਦੇ ਸਨ। ਇਸ ਕੰਮ ਲਈ 10 ਕੁ ਬੱਚੇ ਹੀ ਟ੍ਰੇਨਡ ਕੀਤੇ ਗਏ, ਪਰ ਜਿੱਥੇ-ਜਿੱਥੇ ਵੀ ਜਿਹੜੇ ਗੁਰਦੁਆਰੇ ਉਹਨਾਂ ਬੱਚਿਆਂ ਨੇ ਕੀਰਤਨ ਕੀਤਾ, ਸ਼ਹਿਰੀ ਭਾਪੇ ਸਿੱਖ ਝੂਮ ਉੱਠੇ। ਦਿੱਲੀ, ਚੰਡੀਗੜ੍ਹ, ਹਰਿਆਣਾ ਤੇ ਪੰਜਾਬ ਵਿੱਚੋਂ ਲੋਕਾਂ ਨੇ ਧੜਾ-ਧੜ ਬੱਚੇ ਬੜੂ ਸਾਹਿਬ ਦਾਖਲ ਕਰਵਾ ਦਿੱਤੇ। ਚਲੋ ਸਿੰਘੋ ਰਲ ਦਰਸ਼ਨ ਕਰੀਏ। ਗੁਰੂ ਗੋਬਿੰਦ ਸਿੰਘ ਆਏ ਨੇ ਦੇ ਉਤਸ਼ਾਹ ਵਾਂਗ ਲੋਕ ਬੜੇ ਉਤਸ਼ਾਹਤ ਸਨ ਕਿ ਸਾਡੇ ਬੱਚੇ ਪੜ੍ਹਾਈ ਵਿੱਚ 1 ਨੰਬਰ ਤੇ ਆਉਣਗੇ, ਉੱਥੇ ਗੁਰਸਿੱਖ ਵੀ ਉੱਚ ਕੋਟੀ ਦੇ ਬਣਨਗੇ ਤੇ ਕੀਰਤਨ ਕਰਨ ਵਾਲੀਆਂ ਤਾਂ ਹੱਦਾਂ ਹੀ ਮੁਕਾ ਦੇਣਗੇ। ਅੰਨੇ ਜਾਣ ਡਰੋਲੀ ਮੇਲਾ ਮੁਕਤਸਰ ਦਾ ਵਾਂਗ ਲੋਕਾਂ ਨੇ ਬਿਨਾਂ ਸੋਚੇ ਸਮਝੇ ਝੱਟ ਆਪਣੇ ਨਿਆਣੇ ਦਾਖਲ ਕਰਾਉਣ ਦੀ ਕੀਤੀ। ਮੇਰੇ ਰਿਸ਼ਤੇਦਾਰਾਂ ਦੇ 2 ਬੱਚੇ, ਇੱਕ ਮੁੰਡਾ ਤੇ ਇੱਕ ਕੁੜੀ ਵੀ ਆਪੇ ਬਣਾਏ ਹੋਏ ਬੜੂ ਸਾਹਿਬ ਵਿੱਚ ਪੜ੍ਹਦੇ ਸਨ। ਮੇਰੇ ਰਿਸ਼ਤੇਦਾਰ ਕੁੜਮ ਤੇ ਕੁੜਮਣੀ ਸਾਹਿਬਾਂ ਇੱਕ ਦਿਨ ਆਏ ਤੇ ਕਹਿਣ ਲੱਗੇ ਚਲੋ ਤੁਹਾਨੂੰ ਵੀ ਸੈਰ ਕਰਵਾ ਲਿਆਈਏ। ਅਸੀਂ ਵੀ ਉਹਨਾਂ ਨਾਲ ਚਲੇ ਗਏ। ਪਹਾੜੀ ਰਸਤਾ ਉਹਨਾਂ ਕੋ ਹੀ ਸੀ ਜਿੱਥੋਂ ਦੀ ਮਸਾਂ ਇੱਕ ਗੱਡੀ ਲੰਘਦੀ ਸੀ। ਸ੍ਰੀਨਗਰ ਜਾਂਦਿਆਂ ਖੂਨੀ ਨਾਲੇ ਦੇ ਪੁਲ ਵਾਲਾ ਰਸਤਾ ਤਾਂ ਸ਼ਾਇਦ ਥੋੜਾ ਚੌੜਾ ਹੋਵੇ, ਪਰ ਇਹ ਰਾਹ ਤਾਂ ਉਸ ਤੋਂ ਵੀ ਘੱਟ ਚੌੜਾ ਸੀ। ਸਕੂਲ ਵਿੱਚ ਗੁਰਦੁਆਰਾ ਪਹਿਲੀ ਮੰਜ਼ਲ ਤੇ ਬਣੇ ਹਾਲ ਵਿੱਚ ਬਣਾਇਆ ਹੋਇਆ ਹੈ। ਇੱਕ ਬੁੱਢਾ ਝਾਂਗੀ ਸਿੱਖ ਇੱਕ ਦਰਖਤ ਦੇ ਆਲੇ ਦੁਆਲੇ ਬਣੇ ਥੜੇ ਤੇ ਬੈਠਾ ਝਾਂਗੀ ਬੋਲੀ ਵਿੱਚ ਹੀ ਕਹਾਣੀ ਸੁਣਾ ਰਿਹਾ ਸੀ। ਆਖੇ ਇਥੋਂ ਦੇ ਲੋਕ ਪਹਾੜੀਏ ਬਹੁਤ ਚੰਗੇ ਹਨ। ਇੱਕ ਦਿਨ ਇੱਕ ਬੁੱਢਾ ਪਹਾੜੀਆ ਆਇਆ ਤੇ ਆਖਿਊਸ ਮੈਂ ਬਾਬਾ ਜੀ ਨੂੰ ਮਿਲਣਾ ਹੈ।
ਮੈਂ ਕਿਹਾ, ਬਾਬਾ ਜੀ ਬਾਹਰ ਵਿਦੇਸ਼ ਗਏ ਹੋਏ ਨੇ। ਉਸਨੇ ਕਿਹਾ, ਨਹੀਂ, ਮੈਂ ਵੱਡੇ ਬਾਬਾ ਜੀ ਨੂੰ ਮਿਲਣਾ ਹੈ। ਮੈਂ ਸਮਝ ਗਿਆ ਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦਾ ਹੈ। ਮੈਂ ਉੱਪਰ ਲੈ ਗਿਆ ਤਾਂ ਉਸਨੇ 2 ਕੇਲੇ ਜੋ ਉਹ ਨਾਲ ਲਿਆਇਆ ਸੀ ਰੱਖ ਕੇ ਮੱਥਾ ਟੇਕਿਆ ਤੇ ਮੂੰਹ ਵਿੱਚ ਕੁਝ ਚਿਰ ਬੁੜਬੜਾਉਂਦਾ ਰਿਹਾ, ਫਿਰ ਚਲਾ ਗਿਆ। ਫਿਰ ਉਸਨੇ ਸਾਰੇ ਆਲੇ ਦੁਆਲੇ ਇਕੱਠੇ ਹੋਏ ਲੋਕਾਂ ਨੂੰ ਦੱਸਿਆ ਕਿ ਇਹ ਬੜੀ ਜਾਰੀ ਜਗ੍ਹਾ ਹੈ, ਇੱਥੇ ਸੈਂਕੜੇ ਹੀ ਦੇਵਤਿਆਂ ਨੇ ਸਮੇਂ-ਸਮੇਂ ਸਿਰ ਤਪ ਕੀਤਾ ਹੈ। ਜਦੋਂ ਨੀਹਾਂ ਪੁੱਟਦੇ ਸਾਂ ਤਾਂ ਉਦੋਂ ਧੂਣੇ ਤੇ ਪੁਰਾਤਨ ਸਮੇਂ ਦੀਆਂ ਖੜਾਵਾਂ ਨਿਕਲਦੀਆਂ ਸਨ। ਬਹੁਤ ਹੀ ਜਾਰੀ ਥਾਂ ਹੈ ਇਹ ਬਾਬਾ ਜੀ। ਐਵੇਂ ਨਹੀਂ ਇੱਥੇ ਗੁਰਦੁਆਰਾ ਤੇ ਸਕੂਲ ਬਣਾਇਆ। ਬੰਦੇ ਤੇ ਬੰਦੇ, ਜਾਨਵਰ ਤੱਕ ਇਸ ਅਸਥਾਨ ਦੇ ਦਰਸ਼ਨ ਕਰਨ ਆਉਂਦੇ ਹਨ। ਫਿਰ ਉਸਨੇ ਇੱਕ ਹੋਰ ਕਰਾਮਾਤੀ ਗੱਲ ਸੁਣਾਈ। ਅਖੇ ਇੱਕ ਦਿਨ ਇੱਕ ਸੱਪ ਸਿੱਧਾ ਪੌੜੀਆਂ ਚੜ੍ਹ ਕੇ ਬਾਬਾ ਜੀ ਦੇ ਕਮਰੇ ਵਿੱਚ ਚਲਾ ਗਿਆ। ਉਹ ਸੱਪ ਉਧਰੋਂ ਆਇਆ ਸੀ। ਉਸਨੇ ਹੱਥ ਨਾਲ ਇੱਕ ਉੱਚੀ ਪਹਾੜੀ ਚੋਟੀ ਵੱਲ ਇਸ਼ਾਰਾ ਕਰਕੇ ਦੱਸਿਆ। ਫਿਰ ਉਹ ਲੋਕਾਂ ਨੂੰ ਕਹਿਣ ਲੱਗਾ, ਤੁਹਾਨੂੰ ਤਾਂ ਪਤਾ ਹੀ ਹੈ ਕਿ ਸੱਪ ਪੌੜੀਆਂ ਨਹੀਂ ਚੜ੍ਹ ਸਕਦਾ। ਫਿਰ ਉਧਰੋਂ ਪਾਣੀ ਲੰਘ ਕੇ ਤਾਂ ਸੱਪ ਉਂਝ ਵੀ ਇਸ ਇਮਾਰਤ ਵੱਲ ਨਹੀਂ ਆ ਸਕਦਾ। ਮੇਰੇ ਨਾਲ ਇੱਕ ਕਮਲੇ ਜਿਹੇ ਸਿੱਖ ਵੱਲ ਇਸ਼ਾਰਾ ਕਰਕੇ, ਜਿਸ ਨੂੰ ਕਈ ਵਾਰ ਪਾਗਲਪਨ ਦੇ ਦੌਰੇ ਪੈ ਚੁੱਕੇ ਸਨ ਤੇ ਬਿਜਲੀਆਂ ਵਗੈਰਾ ਵੀ ਲੱਗਦੀਆਂ ਰਹੀਆਂ ਸਨ, ਉਸ ਸਿੱਖ ਦੀ ਭੈਣ ਵੀ ਉਸ ਸਕੂਲ ਵਿੱਚ ਮਾਸਟਰਾਣੀ ਲੱਗੀ ਹੋਈ ਸੀ ਤੇ ਉਹ ਸਿੰਘ ਵੀ ਉੱਥੇ ਸੇਵਾ ਕਰਦਾ ਸੀ ਤੇ ਕਹਿੰਦੇ ਹਨ ਕਿ ਜਦੋਂ ਦਾ ਇੱਥੇ ਆਇਆ ਸੀ ਹੁਣ ਉਹਨੂੰ ਕਦੇ ਕਮਲ ਨਹੀਂ ਕੁੱਦਿਆ ਤੇ ਬਿਲਕੁਲ ਠੀਕ ਠਾਕ ਹੈ। ਇਹ ਸਭ ਕੁਝ ਵੀ ਉਸ ਬੁੱਢੇ ਝਾਂਗੀ ਸਿੱਖ ਦੇ ਦੱਸਣ ਅਨੁਸਾਰ ਬਾਬਾ ਜੀ ਦੇ ਤੇਜ ਤਪ ਤੇ ਇਸ ਥਾਂ ਦੀ ਸ਼ੋਅ ਪ੍ਰਾਪਤ ਕਰਨ ਨਾਲ ਹੋਇਆ ਹੈ। ਸਿੰਘ ਵੀ ਸੀ ਤੇ ਉਸ ਨੂੰ ਹੱਥ ਦੇ ਇਸ਼ਾਰੇ ਨਾਲ ਆਪਣੇ ਕੋਲ ਸੱਦ ਲਿਆ ਤੇ ਉਹਨੂੰ ਆਪਣੀ ਗੱਲ ਦੀ ਚਸ਼ਮਦੀਦ ਦੇ ਤੌਰ ਤੇ ਗਵਾਹੀ ਦੇਣ ਲਈ ਕਿਹਾ। ਕਿਉਂ ਬਈ ਸਿਆਂ, ਉਹ ਸੱਪ ਵਾਲੀ ਗੱਲ ਜਿਹੜਾ ਆਪਣੇ ਸਾਹਮਣੇ ਉੱਪਰ ਜਾ ਕੇ ਬਾਬਾ ਜੀ ਨੂੰ ਮੱਥਾ ਟੇਕ ਕੇ ਬਹਿ ਗਿਆ ਸੀ ਤੇ ਫਿਰ ਸ਼ਬਦ ਕੀਰਤਨ ਸੁਣਨ ਤੋਂ ਬਾਅਦ ਭੋਗ ਪਏ ਤੇ ਆਪੇ ਹੀ ਥੱਲੇ ਆ ਗਿਆ ਸੀ ਤੇ ਰਵਾਂ ਰਵੀ ਜਿੱਧਰੋਂ ਆਇਆ ਸੀ ਉਧਰ ਹੀ ਚਲਾ ਗਿਆ ਸੀ। ਉਹ ਸਿੱਖ ਇੱਕ ਮੰਜੇ ਹੋਏ ਗਵਾਹ ਵਾਂਗ ਬੋਲਿਆ, ਉਹ ਸੱਪ ਤੇ ਹੁਣ ਵੀ ਕਈ ਵਾਰ ਸਾਨੂੰ ਉਸ ਪਹਾੜੀ ਤੇ ਦਿਸਦਾ ਹੁੰਦਾ ਹੈ। ਜਦੋਂ ਵੀ ਮਿਲੇ ਇੱਕ ਵਾਰ ਫਨ ਉਤਾਂ ਚੁੱਕ ਕੇ ਸਾਨੂੰ ਪਛਾਣ ਕੇ ਪਰਾਂ ਨੂੰ ਚਲਾ ਜਾਂਦਾ ਹੈ। ਲੋਕ, ਪੜ੍ਹਨ ਵਾਲੇ ਬੱਚਿਆਂ ਦੇ ਮਾਤਾ ਪਿਤਾ ਤੇ ਉਹਨਾਂ ਨਾਲ ਆਏ ਹੋਏ ਉਹਨਾਂ ਦੇ ਰਿਸ਼ਤੇਦਾਰ ਬੜੀ ਸ਼ਰਧਾ ਤੇ ਧਿਆਨ ਨਾਲ ਉਹਨਾਂ ਦੀ ਗੱਲ ਸੁਣ ਰਹੇ ਸਨ ਤੇ ਵਿੱਚ ਮੂੰਹੋਂ ਸਤਿਨਾਮ ਵਾਹਿਗੁਰੂ ਵੀ ਕਹਿੰਦੇ ਸਨ। ਉਹਨਾਂ ਦੋਹਾਂ ਸੇਵਾਦਾਰਾਂ ਦੀ ਗੱਲ ਸੁਣ ਕੇ ਮੇਰਾ ਹਾਸਾ ਨਿਕਲ ਗਿਆ। ਗੱਪੀ ਲੋਕਾਂ ਦੀ ਵੀ ਆਪਣੀ ਹੀ ਇੱਕ ਦੁਨੀਆ ਹੁੰਦੀ ਹੈ। ਇੱਕ ਸਾਧੂ ਕਹਿਣ ਲੱਗਾ, ਮੇਰੀ ਉਮਰ 700 ਸਾਲ ਹੈ। ਇੱਕ ਵਿਅਕਤੀ ਦਾ ਇਹ ਗੱਲ ਮੰਨਣ ਨੂੰ ਜੀ ਨਾ ਕੀਤਾ। ਉਹਨੇ ਉਸਦੇ ਚੇਲੇ ਨੂੰ ਪੁੱਛਿਆ ਕਿ ਸਾਧੂ ਜੀ ਦੀ ਉਮਰ ਸੱਚਮੁੱਚ ਹੀ 700 ਸਾਲ ਹੈ? ਉਹਨੇ ਅੱਗੋਂ ਬੜੇ ਭੋਲੇ ਭਾ ਉੱਤਰ ਦਿੱਤਾ, ਮੈਂ ਤਾਂ ਸਿਰਫ 300 ਸਾਲ ਤੋਂ ਹੀ ਸਾਧੂ ਜੀ ਦੇ ਨਾਲ ਹਾਂ। ਮੈਨੂੰ ਉਹਨਾਂ ਦੀ ਪੂਰੀ ਉਮਰ ਦਾ ਪਤਾ ਨਹੀਂ। ਅਸਲ ਵਿੱਚ ਇਹ ਠੱਗਾਂ ਦੇ ਟੋਲੇ ਦੇ ਜਾਲ ਵਰਗਾ ਇੱਕ ਤਾਣਾ ਬਾਣਾ ਹੈ, ਜਿਸ ਨੂੰ ਇੱਕ ਸਾਧ ਨੇ ਨਹੀਂ, ਕਰੀਬ 90% ਸਾਧਾਂ ਨੇ ਆਪਣੇ ਆਲੇ ਦੁਆਲੇ ਬਣਾਇਆ ਹੋਇਆ। ਮੁਸਲਮਾਨਾਂ ਵਿੱਚੋਂ ਪੁਰਾਣੇ ਪੀਰਾਂ ਦੀ ਔਲਾਦ ਹੁਣ ਵੀ ਆਪਣੇ ਆਪ ਨੂੰ ਪੀਰ ਸਾਈਂ ਅਖਵਾਉਂਦੀ ਹੈ। ਫਰੰਟੀਅਰ ਦੇ ਬਹੁਤ ਸਾਰੇ ਪੀਰ ਤੇ ਵਡੇਰੇ ਅੱਜ ਕੱਲ੍ਹ ਰਾਜਨੀਤੀ ਵਿੱਚ ਵੀ ਹਨ। ਜਿਵੇਂ ਸਿੱਖਾਂ ਵਿੱਚ ਵੀ ਬਹੁਤ ਸਾਰੇ ਸੰਤ ਸਾਧ ਰਾਜਨੀਤੀ ਦਾ ਚਸਕਾ ਵੀ ਰੱਖਦੇ ਹਨ ਤੇ ਡੇਰਿਆਂ ਦੇ ਮਾਲਕ ਵੀ ਹਨ। ਉਹਨਾਂ ਪੀਰਾਂ ਤੇ ਵਡੇਰਿਆਂ ਨੂੰ ਹਰ ਵੇਲੇ ਇਹ ਖਤਰਾ ਲੱਗਾ ਰਹਿੰਦਾ ਹੈ ਕਿ ਰਾਜਨੀਤੀ ਵਿੱਚ ਆਉਣ ਕਰਕੇ ਸਾਡੀ ਧਾਰਮਿਕ ਮਾਨਤਾ ਕਿਤੇ ਲੋਕਾਂ ਵਿੱਚ ਘੱਟ ਨਾ ਹੋ ਜਾਵੇ। ਉਹ ਇੱਕ ਐਸਾ ਹੀ ਤਾਣਾ ਬਾਣਾ ਆਪਣੀ ਧਾਰਮਿਕ ਥਾਂ ਤੋਂ ਇਲਾਵਾ ਆਪਣੀ ਰਿਹਾਇਸ਼ਗਾਹ ਤੇ ਵੀ ਬਣਾ ਲੈਂਦੇ ਹਨ ਤੇ 2-4 ਕਮਰੇ ਜੇ ਰੱਖ ਕੇ ਉਹਨਾਂ ਨੂੰ ਅਜੀਬ ਜਿਹੇ ਹਰੇ ਰੰਗ ਦੇ ਕੱਪੜੇ ਪਵਾ ਦਿੰਦੇ ਹਨ ਤੇ ਗਲ ਵਿੱਚ ਮੋਟੇ-ਮੋਟੇ ਰੰਗ ਬਰੰਗੇ ਬੌਲਦਾਂ ਦੇ ਗਲਾਂ ਵਿੱਚ ਪਾਉਣ ਵਰਗੇ ਮਣਕਿਆਂ ਦੀ ਮਾਲਾ ਪਵਾ ਦਿੰਦੇ ਹਨ। ਕਿਸੇ ਦੇ ਹੱਥ ਵਿੱਚ ਮੋਰਾਂ ਦਾ ਖੰਭ ਦਾ ਝਾੜੂ ਜਿਹਾ ਤੇ ਕਿਸੇ ਦੇ ਹੱਥ ਘੁੰਗਰੂ ਲੱਗਾ ਘੋਟਣੇ ਵਰਗਾ ਸੋਟਾ ਜਿਹਾ ਫੜਾ ਦਿੰਦੇ ਹਨ। ਜਦੋਂ ਮਿਲਣ ਵਾਲੇ ਸਮੇਂ ਵਿੱਚ ਆਮ ਜਨਤਾ ਪੀਰ ਜੀ ਨੂੰ ਮਿਲਣ ਆਉਂਦੀ ਹੈ ਤਾਂ ਉਹ ਮਸਤ ਮਲੰਗ ਕਮਲੇ ਜੇ ਭੁੜਕ ਕੇ ਨਾਲੇ ਘੁੰਗਰੂ ਛਣਕਾਉਂਦੇ ਹਨ ਤੇ ਨਾਲੇ ਗਾਉਂਦੇ ਹਨ, ਪੀਰ ਸਾਈਂ ਆਇਆ ਮਿੱਠੇ ਚੌਲ ਖਾਧੇ, ਪੀਰ ਸਾਈਂ ਆਇਆ ਮਿੱਠੇ ਚੌਲ ਖਾਧੇ। ਤੇ ਪਤਾ ਨਹੀਂ ਇਦਾਂ ਦਾ ਹੋਰ ਕੀ ਬਕੜਵਾ ਕਰਦੇ ਰਹਿੰਦੇ ਹਨ। ਅਸਲ ਵਿੱਚ ਇਹ ਸਾਰਾ ਆਡੰਬਰ ਪੀਰ ਜੀ ਦੀ ਰੂਹਾਨੀ ਸ਼ਖਸੀਅਤ ਉਭਾਰਨ ਲਈ ਕੀਤਾ ਜਾਂਦਾ ਹੈ
ਤੇ ਇਉਂ ਲੋਕਾਂ ਤੇ ਮਨੋਵਿਗਿਆਨਕ ਪ੍ਰਭਾਵ ਪਾਇਆ ਜਾਂਦਾ ਹੈ ਕਿ ਪੀਰ ਜੀ ਬਹੁਤ ਜਾਰੇ ਤੇ ਰਿੱਧੀਆਂ ਸਿੱਧੀਆਂ ਕਰ ਸਕਣ ਦੇ ਯੋਗ ਹਨ। ਲੋਕ ਉਹਨਾਂ ਨਾਲ ਰਾਜਨੀਤਿਕ ਗਿਲਾ ਸ਼ਿਕਵਾ ਕਰਕੇ ਧਾਰਮਿਕ ਪ੍ਰਭਾਵ ਥੱਲੇ ਬਾਕੀ ਕੰਮ ਭੁੱਲ ਹੀ ਜਾਂਦੇ ਹਨ ਤੇ ਉਹਨਾਂ ਦੇ ਚਰਨਾਂ ਤੇ ਢਹਿ ਪੈਂਦੇ ਹਨ ਤੇ ਪੀਰ ਜੀ ਕੋਲੋਂ ਅਸ਼ੀਰਵਾਦ ਲੈ ਕੇ ਘਰਾਂ ਨੂੰ ਚਲੇ ਜਾਂਦੇ ਹਨ। ਇਲਾਕੇ ਦੇ ਵਿਕਾਸ ਜਾਂ ਹੋਰ ਸਰਕਾਰੀ ਕੰਮ ਪੀਰ ਜੀ ਦੀ ਇੱਛਾ ਤੇ ਹੀ ਛੱਡ ਦਿੱਤੇ ਜਾਂਦੇ ਹਨ। ਇਹ ਕਮਲੇ ਜਿਹੇ ਲੋਕ ਪੀਰ ਜੀ ਦਾ ਇੰਨਾ ਪ੍ਰਭਾਵ ਬਣਾ ਦਿੰਦੇ ਹਨ ਕਿ ਜੇ ਪੀਰ ਜੀ ਕਿਸੇ ਦੀ ਧੀ ਭੈਣ ਨੂੰ ਵੀ ਹੱਥ ਪਾ ਲਵੇ ਤਾਂ ਮਜ਼ਲੂਮਾਂ ਦੀ ਆਵਾਜ਼ ਘੁੰਗਰੂਆਂ ਦੀ ਛਣਕਾਰ ਥੱਲੇ ਹੀ ਦੱਬੀ ਜਾਂਦੀ ਹੈ। ਲੋਕ ਇਸ ਨੂੰ ਰੱਬ ਦੀ ਰਜ਼ਾ ਸਮਝ ਕੇ ਭੁੱਲ ਜਾਂਦੇ ਹਨ ਤੇ ਪੀਰ ਜੀ ਸਿੱਖਾਂ ਦੇ ਸਾਧਾਂ ਸੰਤਾਂ ਵਾਂਗ ਐਛਾਂ ਲੁੱਟੀ ਜਾਂਦੇ ਹਨ। ਜਿਨ੍ਹਾਂ ਸਿੱਖ ਸਾਧਾਂ ਦੇ ਡੇਰਿਆਂ ਤੇ ਕੋਈ ਬੱਚਾ ਹੋਣ ਦੀ ਅਭਿਲਾਸ਼ਾ ਲੈ ਕੇ ਆਉਂਦਾ ਹੈ, ਉੱਥੇ ਵੀ ਇਦਾਂ ਦੇ ਚੇਲੇ ਪਹਿਲਾਂ ਹੀ ਸਾਰੀ ਗੱਲ ਸਮਝ ਜਾਂਦੇ ਹਨ ਤੇ ਉਸ ਪਰਿਵਾਰ ਨੂੰ ਐਸੀਆਂ ਕਹਾਣੀਆਂ ਸੁਣਾਉਂਦੇ ਹਨ ਕਿ ਬੱਚਾ ਸਾਖਸ਼ਾਤ ਉਹਨਾਂ ਦੀਆਂ ਬਾਹਾਂ ਵੱਲ ਉਲਾਰ ਮਾਰਦਾ ਦਿਸਦਾ ਹੈ ਕਿ ਮੈਨੂੰ ਚੁੱਕ ਲਵੋ। ਸਾਧ ਦੇ ਚੇਲੇ ਜੇ ਕਹਿੰਦੇ ਹਨ, ਲਓ ਜੀ ਆਹ ਅਜੇ ਪਿਛਲੇ ਹਫ਼ਤੇ ਦੀ ਗੱਲ ਹੈ। ਫਿਰ ਲੋਕਾਂ ਨੂੰ ਯਕੀਨ ਦਿਵਾਉਣ ਲਈ ਆਪਣੇ ਨਾਲ ਦੇ ਨੂੰ ਪੁੱਛਣ ਲੱਗ ਪੈਣਗੇ, ਕਿਉਂ ਬਈ ਫਲਾਣਿਆ, ਉਹ ਜਿਹੜੇ ਬੰਬਈਓਂ ਆਏ ਸੀ, ਭਲਾ ਇਸ ਹਫ਼ਤੇ ਦੀ ਗੱਲ ਹੈ ਕਿ ਪਿਛਲੇ ਐਤਵਾਰ ਦੀ? ਉਹ ਅੱਗੋਂ ਕਹਿੰਦਾ ਹੈ, ਇਸੇ ਐਤਵਾਰ ਦੀ ਕਿ ਪਿਛਲੇ, ਤੇ ਬਾਬਾ ਜੀ ਯੂਪੀ ਗਏ ਹੋਏ ਸੀ। ਸੁਣਨ ਵਾਲੇ ਨੂੰ ਕਾਫੀ ਹੱਦ ਤੱਕ ਯਕੀਨ ਵੱਜ ਜਾਂਦਾ ਹੈ ਕਿ ਜਦੋਂ ਦਿਨਾਂ ਤੱਕ ਦਾ ਭੁਲੇਖਾ ਵੀ ਕੱਢ ਰਹੇ ਹਨ ਤਾਂ ਇਹਨਾਂ ਦੀ ਗੱਲ ਬਿਲਕੁਲ 16 ਆਨੇ ਸੱਚ ਹੀ ਹੋਵੇਗੀ। ਲਓ ਜੀ, ਤੁਸਾਂ ਯਕੀਨ ਨਹੀਂ ਕਰਨਾ। ਬੰਬਈਓਂ ਆਈ ਇੱਕ ਬੀਬੀ ਬਾਬਾ ਜੀ ਦੇ ਚਰਨਾਂ ਤੇ ਢਹਿ ਕੇ ਰੋਈ ਜਾਵੇ। ਬਾਬਾ ਜੀ ਨੇ ਆਖਿਆ, ਵਾਹਿਗੁਰੂ ਵਾਹਿਗੁਰੂ ਬੋਲੋ, ਦੱਸੋ ਕਸ਼ਟ ਕੀ ਹੈ? ਉਹਨਾਂ ਆਖਿਆ, ਬਾਬਾ ਜੀ ਆਹ ਸਾਡੀ ਗੁੱਡੀ ਵਿਆਹੀ ਨੂੰ 11 ਸਾਲ ਹੋ ਗਏ ਹਨ, ਗੋਦ ਹਰੀ ਨਹੀਂ ਹੁੰਦੀ। ਬਾਬਾ ਜੀ, ਸਾਡੀ ਧੀ ਨੂੰ ਆਪਣੇ ਘਰ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ, ਬਸ ਨਿੱਕੀ ਜੀ ਜਿੰਦ ਕਿਤੇ ਇਹਨਾਂ ਦੇ ਘਰ ਆ ਜਾਵੇ ਤੇ ਸਾਰੇ ਕਸ਼ਟ ਕੱਟੇ ਜਾਣ। ਬਾਬਾ ਜੀ ਨੇ ਆਖਿਆ, ਵਾਹਿਗੁਰੂ ਭਲੀ ਕਰੋ। ਫਿਰ ਉਹ ਖਹਿੜੇ ਹੀ ਪੈ ਗਏ। ਬਾਬਾ ਜੀ, ਹੋਰ ਨਹੀਂ ਤੇ ਤੁਸੀਂ ਇਹਨਾਂ ਦੇ ਘਰ ਚਰਨ ਪਾਓ। ਬਾਬਾ ਜੀ ਨੇ ਹਾਂ ਕਰ ਦਿੱਤੀ। ਉਸ ਦਿਨ ਕਿਤੇ ਮੇਰਾਂ ਦੇ ਘਰ ਵਿੱਚ ਆਏ ਹੋਏ ਸੀ, ਨਹੀਂ ਤੇ ਇਹ ਤੇ ਥੋੜੇ ਕੀਤੇ ਕਿਸੇ ਦੇ ਜਾਂਦੇ ਹੀ ਨਹੀਂ। ਅਜੇ 7 ਦਿਨ ਹੋਏ ਹੀ ਉਹਨਾਂ ਨੂੰ ਇੱਥੋਂ ਗਿਆ ਨੂੰ ਤੇ ਬਾਬਾ ਜੀ ਤੇ 5 ਹੋਰ ਸਿੰਘਾਂ ਦੀਆਂ ਹਵਾਈ ਜਹਾਜ਼ ਦੀਆਂ ਟਿਕਟਾਂ ਅੱਜ ਆ ਵੀ ਗਈਆਂ ਜੇ। ਬਸ ਆ ਤੁਹਾਡੇ ਆਉਣ ਤੋਂ 20 ਮਿੰਟ ਪਹਿਲਾਂ ਡਾਕੀਆ ਦੇ ਕੇ ਗਿਆ ਜੇ। ਜੇ ਇਹ ਚੇਲੇ ਪਿਛਲੇ ਸਾਲ ਦੀ ਗੱਲ ਕਰਨ ਤੇ ਆਖਣਗੇ, ਪਿਛਲੇ ਸਾਲ ਆਏ ਸੀ, ਬਾਬਾ ਜੀ ਬੱਚਾ ਨਹੀਂ ਹੁੰਦਾ, ਕਿਰਪਾ ਕਰੋ ਆ ਐਤਕੀ ਆਏ ਵੱਡਿਆਂ ਬਾਬਿਆਂ ਦੀ ਬਰਸੀ ਤੇ ਅਖਰੋਟਾਂ ਵਰਗੇ 2 ਮੁੰਡੇ ਚੁੱਕੀ ਆਉਣ। ਨਾਲੇ ਤੇ ਬਾਬਾ ਜੀ ਦੇ ਕਮਰੇ ਵਿੱਚ ਏਸੀ ਲਵਾ ਕੇ ਗਏ ਤੇ ਨਾਲੇ ਆਂਦੇ ਸੀ, ਬਾਬਾ ਜੀ ਕਾਰ ਕਿਹੜੀ ਕਲੀਏ? ਕਈ ਵਾਰ ਤਾਂ ਇਹ ਵੀ ਕਹਿ ਦਿੰਦੇ ਹਨ, ਬਾਬਾ ਜੀ ਨੇ ਕਿਰਪਾ ਕੀਤੀ, ਪਹਿਲਾਂ 6 ਕੁੜੀਆਂ ਸੀ, ਬਾਬਾ ਜੀ ਨੇ ਆਖਿਆ ਜਾਓ ਅਸਾਂ ਬਚਨ ਕਰ ਦਿੱਤੇ ਜੇ, ਐਤਕੀ ਮੁੰਡਾ ਹੋਊ ਤੇ ਐਤਕੀ ਮੁੰਡਾ ਜੰਮ ਪਿਆ। ਲਾਗੇ ਖਲੋਤਾ ਕੋਈ ਬਾਬੇ ਦਾ ਹੀ ਧੂਤਾ ਜਿਹਾ ਆਖੂ, ਲਓ ਜੀ ਬਾਬਾ ਜੀ ਦੀ ਨਿਗਾਹ ਸਵੱਲੀ ਹੋ ਜਾਏ ਤੇ ਫੇਰ ਕਾਹਦਾ ਘਾਟਾ। ਇਸੇ ਤਰ੍ਹਾਂ ਹੀ ਇੱਥੇ ਵੀ ਲੋਕ ਐਸੇ ਹਨ ਜੋ ਝੂਠੀਆਂ ਸੱਚੀਆਂ ਗੱਲਾਂ ਕਰਕੇ ਲੋਕਾਂ ਦੀ ਸ਼ਰਧਾ ਬਣਾਉਂਦੇ ਹਨ। ਜੇ ਇਹ ਟੁੱਚੇ ਜਿਹੇ ਲੋਕ ਅਸਲੀਅਤ ਵਿੱਚ ਸ਼ਰਧਾ ਦਾ ਘੋਲ ਨਾ ਪਾਉਣ ਤਾਂ ਸ਼ਾਇਦ ਬਹੁਤ ਸਾਰੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਇਸ ਸਕੂਲ ਵਿੱਚੋਂ ਕਢਾ ਕੇ ਹੀ ਲੈ ਜਾਣ। ਕਈ ਸਿੱਖ ਤਾਂ ਇੰਨੇ ਸ਼ਰਧਾ ਵਿੱਚ ਡੁੱਬ ਗਏ ਹਨ ਕਿ 2.5 ਸਾਲ ਤੱਕ ਦੇ ਬੱਚੇ ਨੂੰ ਇਸ ਸਕੂਲ ਵਿੱਚ ਪਾ ਦਿੰਦੇ ਹਨ। ਉੱਥੇ ਬਹੁਤ ਸਾਰੇ ਬੱਚੇ ਉਦੋਂ 2.5 ਸਾਲ, ਪੌਣੇ 3 ਸਾਲ, 3 ਸਾਲ ਤੱਕ ਦੇ ਸਨ। ਕਰੀਬ 90-95% ਬੱਚਿਆਂ ਦੇ ਸਿਰ ਵਿੱਚ ਜੂਆਂ ਪਈਆਂ ਹੋਈਆਂ ਸਨ ਤੇ ਲਗਭਗ ਸਾਰੇ ਹੀ ਬੱਚਿਆਂ ਨੂੰ ਸਕੈਬੀ ਖੁਰਕ ਪਈ ਹੋਈ ਸੀ। ਇਸ ਦਾ ਸਿੱਧਾ ਕਾਰਨ ਸਫਾਈ ਦਾ ਨਾ ਹੋਣਾ ਹੈ। ਘਰਾਂ ਵਿੱਚ ਮਾਵਾਂ ਆਪਣੇ ਬੱਚਿਆਂ ਨੂੰ ਮਲ-ਮਲ ਕੇ ਨਮਾਉਂਦੀਆਂ ਹਨ, ਪਰ ਇੱਥੇ ਤਾਂ ਮੈਂ ਅਜੀਬ ਨਜ਼ਾਰਾ ਵੇਖਿਆ। ਕੋਈ 100 ਕੁ ਟੂਟੀ ਇੱਕ ਲਾਈਨ ਵਿੱਚ ਲੱਗੀ ਹੋਈ ਹੈ। ਕਹਿੰਦੇ ਹਨ ਤੱਤੇ ਪਾਣੀ ਦਾ ਪ੍ਰਬੰਧ ਕੀਤਾ ਹੋਇਆ, ਪਰ ਦਿਸਿਆ ਕਿਤੇ ਨਹੀਂ। ਟੂਟੀਆਂ ਵਿੱਚ ਪਾਣੀ ਵੀ ਬਸ ਧਾਗੇ ਵਰਗਾ ਹੀ ਆਉਂਦਾ ਹੈ। ਬੱਚਿਆਂ ਦੀ ਸਾਂਭ ਵਾਸਤੇ ਜਿਹੜੀਆਂ ਔਰਤਾਂ ਰੱਖੀਆਂ ਹੋਈਆਂ ਹਨ, ਉਹ ਘੂਕ ਸੁੱਤੇ ਬੱਚੇ ਨੂੰ ਇੱਕ ਬਾਂਹ ਤੋਂ ਫੜ ਕੇ ਉਹ ਤਾਂ ਚੁੱਕ ਦਿੰਦੀਆਂ ਹਨ। ਬੱਚੇ ਅੱਬੜਵਾਏ ਜਾਗ ਪੈਂਦੇ ਹਨ। ਉਹ ਔਰਤਾਂ ਉਹਨਾਂ ਦੇ ਕੱਪੜੇ ਇਸ ਤਰ੍ਹਾਂ ਲਾਉਂਦੀਆਂ ਹਨ ਜਿਵੇਂ ਕੇਲਾ ਛਿੱਲੀਦਾ ਹੈ। ਨੰਗ ਮਨੰਗਾ ਬੱਚਾ ਭੱਜ ਕੇ ਆਪਣਾ ਮੱਗ ਪਾਣੀ ਦੀ ਟੂਟੀ ਥੱਲੇ ਰੱਖ ਦਿੰਦਾ ਹੈ। ਕਿੰਨੇ ਹੀ ਚਿਰ ਬਾਅਦ ਮੱਗ ਭਰਦਾ ਹੈ। ਬੱਚਾ ਠਰੂ ਠਰੂ ਕਰਦਾ ਇੱਕ ਮੱਗ ਪਾਣੀ ਦਾ ਪਿੰਡੇ ਤੇ ਪਾ ਕੇ
ਫਿਰ ਟੂਟੀ ਥੱਲੇ ਰੱਖ ਦਿੰਦਾ ਹੈ। ਉਧਰ ਕਹਿਰ ਦੀ ਸਰਦੀ ਦੰਦੋ ਡਿੱਕਾ ਵੱਜਦੇ ਵੱਜਦੇ 2-3 ਮੱਗ ਪਾ ਕੇ ਉਰੇ ਨੂੰ ਭੱਜ ਆਉਂਦਾ। ਨਾ ਕੋਈ ਸਾਬਣ ਲਾਉਣਾ, ਨਾ ਕੋਈ ਸਫਾਈ ਕਰਨੀ, ਬਸ ਗਿੱਲੇ ਸੁੱਕੇ ਜਿਹੇ ਨੂੰ ਪੂੰਝ ਕੇ ਕੱਪੜੇ ਪਾ ਕੇ ਪਟਕਾ ਬੰਨ੍ਹ ਦੇਣਾ ਤੇ ਦਰਬਾਰ ਵਿੱਚ ਭੇਜ ਦੇਣਾ। ਇਹ ਕੰਮ ਸਵੇਰੇ 3:30 ਵਜੇ ਤੱਕ ਮੁੱਕ ਜਾਂਦਾ ਹੈ। ਬੱਚੇ ਮੱਥਾ ਟੇਕ ਕੇ ਬੈਠ ਜਾਂਦੇ ਹਨ। ਕੀਰਤਨ ਸ਼ੁਰੂ ਹੋ ਜਾਂਦਾ ਹੈ। ਉਹਨਾਂ ਬੱਚਿਆਂ ਨੂੰ ਹੱਥ ਜੋੜ ਕੇ ਸ਼ਰਧਾ ਨਾਲ ਬੈਠਣਾ ਸਿਖਾਇਆ ਜਾਂਦਾ ਹੈ। ਇਹ ਸਾਰੇ ਕੰਮ ਦੀ ਨਿਗਰਾਨੀ ਵੱਡੀਆਂ ਕਲਾਸਾਂ ਦੇ ਬੱਚੇ, ਮੁੰਡੇ ਤੇ ਕੁੜੀਆਂ ਕਰਦੇ ਹਨ। ਕੀਰਤਨ ਸੁਣਦੇ ਸੁਣਦੇ 80 ਸਾਲ ਦੇ ਬੁੱਢੇ ਵੀ ਸੌਂ ਜਾਂਦੇ ਹਨ। 2.5-3 ਸਾਲ ਦੇ ਬੱਚੇ ਨੂੰ ਨੀਂਦ ਬਹੁਤ ਪਿਆਰੀ ਹੁੰਦੀ, ਵਿਚਾਰਿਆਂ ਦੀ ਬੈਠੇ ਬੈਠੇ ਝਪਕੀ ਲੱਗ ਜਾਂਦੀ ਹੈ। ਉਧਰ ਦਰਬਾਰ ਵਿੱਚ ਜੇਲ੍ਹ ਦੇ ਲੰਬੜਦਾਰਾਂ ਵਾਂਗ ਜਦੋਂ ਹੀ ਵੱਡੇ ਬੱਚਿਆਂ ਦੀ ਨਿਗਾਹ ਸੁੱਤੇ ਪਏ ਬੱਚੇ ਤੇ ਪੈਂਦੀ ਹੈ, ਉਹ ਆ ਕੇ ਸਿਰ ਵਿੱਚ ਪਟੋਕੀ ਮਾਰ ਕੇ ਜਗਾ ਦਿੰਦੇ ਹਨ। ਇਸ ਤਰ੍ਹਾਂ 5-5:30 ਵਜੇ ਤੱਕ ਹੁੰਦਾ ਰਹਿੰਦਾ ਹੈ। ਫੇਰ ਪ੍ਰਸ਼ਾਦਾ ਵਰਤਾਇਆ ਜਾਂਦਾ ਹੈ ਤੇ ਅਰਦਾਸ ਵੀ ਕਦੀ ਕਿਸੇ ਬੱਚੇ ਕੋਲੋਂ ਤੇ ਦੂਜੇ ਦਿਨ ਦੂਜੇ ਬੱਚੇ ਕੋਲੋਂ ਕਰਵਾਈ ਜਾਂਦੀ ਹੈ। ਇਹਨਾਂ ਬੱਚਿਆਂ ਦੇ ਵਿੱਚ ਹੀ ਬੱਚਿਆਂ ਨੂੰ ਮਿਲਣ ਆਏ ਮਾਂ ਪਿਓ ਤੇ ਉਹਨਾਂ ਦੇ ਰਿਸ਼ਤੇਦਾਰ ਸੰਗਤ ਰੂਪ ਵਿੱਚ ਬੈਠੇ ਹੁੰਦੇ ਹਨ। ਪਰ ਇਹ ਲੋਕ ਇੰਨੇ ਬੁੱਚੜ ਤੇ ਘੋਗੜ ਕੰਨੇ ਹੋ ਚੁੱਕੇ ਹਨ ਕਿ ਇਹਨਾਂ ਨੂੰ ਗੁਰਬਾਣੀ ਪੜ੍ਹਾਉਣ ਦਾ ਨਾਂ ਦੇ ਰਹੇ ਹਨ ਤੇ ਭੁੱਲ ਜਾਂਦੇ ਹਨ ਕਿ 2.5-3 ਸਾਲ ਦੇ ਬੱਚੇ ਦੀ ਉਮਰ ਪੜ੍ਹਨ ਵਾਲੀ ਨਹੀਂ ਹੁੰਦੀ। ਪੂਰੀ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ 5 ਸਾਲ ਤੋਂ ਥੱਲੇ ਦਾ ਬੱਚਾ ਸਕੂਲ ਵਿੱਚ ਦਾਖਲ ਕਰਨਾ ਜਾਂ ਕਰਵਾਉਣਾ ਕਾਨੂੰਨੀ ਜੁਰਮ ਹੈ, ਕਿਉਂਕਿ ਮੈਡੀਕਲ ਸਾਇੰਸ ਕਹਿੰਦੀ ਹੈ ਕਿ ਬੱਚੇ ਦਾ ਦਿਮਾਗ 5 ਸਾਲ ਦੀ ਉਮਰ ਵਿੱਚ ਜਾ ਕੇ ਹੀ ਕੁਝ ਯਾਦ ਰੱਖ ਸਕਣ ਦੇ ਕਾਬਲ ਹੁੰਦਾ ਹੈ। ਉਸ ਤੋਂ ਛੋਟੇ ਬੱਚੇ ਦੇ ਦਿਮਾਗ 'ਚ ਯਾਦਾਂ ਦੀਆਂ ਲਹਿਰਾਂ ਜੀਆਂ ਉੱਠਦੀਆਂ ਰਹਿੰਦੀਆਂ ਹਨ ਤੇ ਉਸ ਨੂੰ ਬਹੁਤ ਘੱਟ ਗੱਲਾਂ ਯਾਦ ਰਹਿੰਦੀਆਂ ਹਨ। ਕੁਝ ਗੱਲਾਂ ਨੂੰ ਛੱਡ ਕੇ ਬਾਕੀ ਦੀਆਂ ਤਕਰੀਬਨ ਸਾਰੀਆਂ ਹੀ ਗੱਲਾਂ ਉਹ ਕੁਝ ਹੀ ਮਿੰਟਾਂ ਵਿੱਚ ਭੁੱਲ ਜਾਂਦਾ ਹੈ। ਰਹੀ 2.5-3 ਸਾਲ ਦੇ ਬੱਚੇ ਦੀ ਗੱਲ, ਤਾਂ ਏਡੇ ਬੱਚੇ ਨੂੰ ਦਿਨ ਵਿੱਚ ਘੱਟ ਤੋਂ ਘੱਟ 15-16 ਘੰਟੇ ਨੀਂਦ ਜ਼ਰੂਰੀ ਚਾਹੀਦੀ ਹੈ। ਤੜਕੇ ਬੱਚੇ ਨੂੰ ਉਠਾਉਣਾ ਉਸ ਤੇ ਬੁੱਚੜਪੁਣਾ ਕਰਨ ਦੇ ਬਰਾਬਰ ਹੈ। ਜਿਸ ਤਰੀਕੇ ਨਾਲ ਏਡੇ ਬੱਚੇ ਨੂੰ ਜਗਾਇਆ ਜਾਂਦਾ ਹੈ, ਉਹ ਵੀ ਕਿਸੇ ਤਰ੍ਹਾਂ ਦੇ ਟਾਰਚਰ ਤਸ਼ੱਦਦ ਤੋਂ ਘੱਟ ਨਹੀਂ। ਵੱਡੇ ਬੱਚਿਆਂ ਨੂੰ ਵੀ ਸਵੇਰੇ ਸਵੇਰੇ ਉਠਾਉਣ ਲਈ ਮਾਵਾਂ ਨੂੰ ਬੜੇ ਪਾਪੜ ਵੇਲਣੇ ਪੈਂਦੇ ਹਨ। ਪਹਿਲਾਂ ਮਾਂ ਉਸ ਬੱਚੇ ਨਾਲ ਲੰਮੀ ਪੈਂਦੀ ਹੈ, ਉਸ ਦਾ ਮੱਥਾ ਚੁੰਮਦੀ ਹੈ, ਫਿਰ ਹੌਲੀ ਹੌਲੀ ਉਸ ਦੇ ਸਾਰੇ ਸਰੀਰ ਤੇ ਹੱਥ ਫੇਰੀ ਜਾਂਦੀ, ਨਾਲੇ ਆਖੀ ਜਾਂਦੀ ਹੈ, ਉੱਠ ਮੇਰਾ ਬੇਟਾ, ਅੱਜ ਤੇਰੇ ਪਾਪਾ ਆਪ ਤੈਨੂੰ ਲੈਣ ਆਉਣਗੇ, ਫਿਰ ਆਪਾਂ ਬਾਜ਼ਾਰ ਚੱਲਾਂਗੇ। ਇਸ ਤਰ੍ਹਾਂ ਕਰਦਿਆਂ ਕਰਦਿਆਂ ਕਿੰਨਾ ਚਿਰ ਬੱਚਾ ਊਂ ਕਰਦਾ ਰਹਿੰਦਾ ਹੈ। ਫਿਰ ਕਹਿੰਦਾ ਹੈ, ਮੈਂ ਆਈਸਕ੍ਰੀਮ ਵੀ ਖਾਣ ਜਾਊਂਗਾ। ਮਾਂ ਹੋਰ ਕਈ ਲਾਲਚ ਦਿੰਦੀ ਹੈ। ਫਿਰ ਕਿਤੇ ਜਾ ਕੇ ਕਈ ਚੋਲਾਂ ਮੋਲਾਂ ਦੇ ਨਾਲ ਬੱਚਾ ਉੱਠਦਾ ਹੈ। ਲੁਧਿਆਣੇ ਤੋਂ ਆਏ ਇੱਕ ਸੱਜਣ ਮੈਨੂੰ ਸੰਗਤ ਵਿੱਚ ਬੈਠਿਆਂ ਹੀ ਕਹਿਣ ਲੱਗੇ, ਮੈਨੂੰ ਤਾਂ ਇਦਾਂ ਲੱਗਦਾ ਹੈ ਜਿੱਦਾਂ ਇਹ ਸਾਰੇ ਬੱਚੇ ਯਤੀਮ ਹੋਣ ਤੇ ਇਹਨਾਂ ਦੇ ਮਾਂ ਪਿਓ ਇਹਨਾਂ ਦੇ ਨਿੱਕੇ ਹੁੰਦੇ ਹੀ ਮਰ ਗਏ ਹੋਣ। ਸਾਲੇ ਪੜ੍ਹਾਈਆਂ ਕਰਾਉਣ ਦੇ, ਕੋਈ ਛਿੱਤਰ ਲਵੇ ਲਾ ਤੇ ਦੇਹ ਜਿੱਧਰ ਪੈਂਦੀ ਹੈ। ਆ ਜਿਹੜਾ ਸਾਰੀ ਜ਼ਿੰਦਗੀ ਨੌਕਰੀ ਕਰਦਾ ਰਿਹਾ ਹੈ, ਇਹਨੇ ਭਲਾ ਜ਼ਿੰਦਗੀ ਵਿੱਚ ਕਦੇ ਝੂਠ ਨਾ ਬੋਲਿਆ ਹੋ? ਕਿਹੜਾ ਸਰਕਾਰੀ ਕਰਮਚਾਰੀ ਹੈ ਜਿਸ ਨੂੰ ਨੌਕਰੀ ਕਰਦਿਆਂ ਝੂਠ ਨਾ ਬੋਲਣਾ ਪਿਆ ਹੋਵੇ? ਨੌਕਰੀ ਕਰਨ ਵਾਲਾ ਧਰਮ ਪੁੱਤਰ ਯੁਧਿਸ਼ਟਰ ਕਿਵੇਂ ਹੋ ਸਕਦਾ ਹੈ? ਸਾਰੀ ਜ਼ਿੰਦਗੀ ਟੀਏ ਲੈਂਦਾ ਰਿਹਾ ਹੀ, ਹੁਣ ਵਿਆਹ ਕਰਵਾਇਆ ਨਹੀਂ, ਖਬਰਿਆ ਹੋਇਆ ਕਿ ਰੱਬ ਜਾਣੇ ਪੱਲੇ ਹੀ ਕੁਝ ਨਹੀਂ ਤੇ ਇਹ ਬਾਬਾ ਬਣ ਗਏ। ਅਖੇ ਮੈਂ ਇਹ ਗੁਰਬਾਣੀ ਦੇ ਬੰਬ ਬਣਾਉਣੇ ਹਨ। ਬੰਬ ਇਹਨੇ ਸਵਾਹ ਬਣਾਉਣੇ ਆ। ਇਹ ਬੱਚੇ ਵਿਚਾਰੇ ਕੀੜੇ ਮਕੌੜੇ ਤੇ ਮਲੱਬ ਬਣਨਗੇ। ਸਿਰਾਂ ਵਿੱਚ ਪਟੋਕੀਆਂ ਮਾਰ ਮਾਰ ਕੇ ਇਹਨਾਂ ਨੇ ਬੱਚਿਆਂ ਦਾ ਦਿਮਾਗ ਹਿਲਾ ਦੇਣਾ ਹੈ। ਇਹਨਾਂ ਵਿਚਾਰਿਆਂ ਨੇ ਪੜ੍ਹਾਈ ਕਾਹਦੀ ਕਰਨੀ ਹੈ? ਇਹ ਤੇ ਵੱਡੇ ਹੋ ਕੇ ਆਪਣਾ ਨਾਮ ਹੀ ਚੇਤੇ ਰੱਖ ਲੈਣ, ਇੰਨਾ ਹੀ ਬੜਾ ਹੈ। ਉਹ ਸੱਜਣ ਦੀ ਗੱਲ ਸੁਣ ਕੇ ਮੈਨੂੰ ਵੀ ਖਿਆਲ ਆਇਆ ਕਿ ਡਾਕਟਰ ਕਹਿੰਦੇ ਹਨ ਕਿ ਛੋਟੇ ਬੱਚੇ ਨੂੰ ਹਵਾ ਵਿੱਚ ਨਹੀਂ ਉਛਾਲਣਾ ਚਾਹੀਦਾ। ਜਿਵੇਂ ਆਮ ਲੋਕ ਲਾੜ ਨਾਲ ਬੱਚੇ ਨੂੰ ਹਵਾ ਵਿੱਚ ਉਛਾਲਦੇ ਹਨ ਤੇ ਖੁਸ਼ ਹੁੰਦੇ ਹਨ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਬੱਚੇ ਤੇ ਨਾਜ਼ੁਕ ਦਿਮਾਗ ਤੇ ਇਸ ਦਾ ਕਿੰਨਾ ਬੁਰਾ ਅਸਰ ਪੈ ਸਕਦਾ ਹੈ। ਜੇ ਕੋਈ ਵਿਅਕਤੀ ਕੈਲਕੂਲੇਟਰ ਨੂੰ ਝਟਕੇ ਦੇਵੇ ਤਾਂ ਉਹ ਥੱਲੇ ਡਿੱਗ ਪਵੇ ਤਾਂ ਕੰਮ ਕਰਨੋਂ ਹਟ ਜਾਂਦਾ ਹੈ। ਇਸੇ ਤਰ੍ਹਾਂ ਹੀ ਬੱਚੇ ਦਾ ਦਿਮਾਗ ਹੁੰਦਾ ਹੈ। ਕਈ ਬੱਚੇ ਸੁੱਤੇ ਸੁੱਤੇ ਮੰਜੇ ਤੋਂ ਭੁੰਜੇ ਡਿੱਗ ਪੈਂਦੇ ਹਨ। ਬਾਅਦ ਵਿੱਚ ਪਤਾ ਲੱਗਦਾ ਹੈ ਕਿ ਉਹਨਾਂ ਦਾ ਦਿਮਾਗ ਸੱਟ ਲੱਗਣ ਕਾਰਨ ਯਾਦ ਸ਼ਕਤੀ ਗਵਾ ਚੁੱਕਾ ਹੈ। ਉਹ ਕੋਈ ਵੀ ਦਿਮਾਗੀ ਗੱਲ ਯਾਦ ਰੱਖਣ ਦੇ ਕਾਬਲ ਨਹੀਂ ਰਹਿੰਦੇ। ਇਸੇ ਕਰਕੇ ਹੀ ਅੱਜ ਕੱਲ੍ਹ ਬੱਚਿਆਂ ਦੇ ਸੌਣ ਵਾਲੇ ਮੰਜਿਆਂ ਨਾਲ 2 ਫੁੱਟ ਉੱਚੀ ਰੇਲਿੰਗ ਲਾਈ ਜਾਂਦੀ ਹੈ। ਡਾਕਟਰ ਤਾਂ ਇਹ ਵੀ ਕਹਿੰਦੇ ਹਨ ਕਿ ਬੱਚੇ ਦੇ ਮੂੰਹ ਤੇ ਚਪੇੜ ਮਾਰਨ ਨਾਲ ਵੀ ਦਿਮਾਗ ਹਿੱਲ ਜਾਂਦਾ ਹੈ।
ਫਿਰ ਉਹ ਮੈਨੂੰ ਉਠਾ ਕੇ ਕਮਰੇ ਵਿੱਚ ਲੈ ਆਇਆ। ਮੈਨੂੰ ਵੀ ਉਹਦੀਆਂ ਗੱਲਾਂ ਬੜੀਆਂ ਸੱਚੀਆਂ ਲੱਗੀਆਂ। ਉਹ ਮੈਨੂੰ ਦੱਸਦੇ ਰਹੇ, ਯੂਰਪ ਦੇ ਮੁਲਕਾਂ ਵਿੱਚ ਪਹਿਲਾ ਕਾਨੂੰਨ ਸੀ ਕਿ ਕਿਸੇ ਬੱਚੇ ਦੀ ਗਲ ਤੇ ਚਪੇੜ ਨਹੀਂ ਮਾਰੀ ਜਾ ਸਕਦੀ। ਜੇ ਕੋਈ ਮਾਰੇ ਤਾਂ ਉਸ ਮਾਸਟਰ ਜਾਂ ਜੋ ਵੀ, ਭਾਵੇਂ ਪਿਓ ਜਾਂ ਮਾਂ ਮਾਰੇ, ਤਾਂ ਉਸ ਤੇ ਮੁਕੱਦਮਾ ਚੱਲ ਸਕਦਾ ਹੈ। ਜੇ ਬੱਚਾ ਪੁਲਿਸ ਕੋਲ ਸ਼ਿਕਾਇਤ ਕਰ ਦੇਵੇ ਤਾਂ ਭਾਵੇਂ ਉਸ ਦਾ ਪਿਓ ਹੀ ਉਸ ਨੂੰ ਝਿੜਕਦਾ ਹੋਵੇ, ਸਿਰਫ ਇੱਕ ਵਾਰਨਿੰਗ ਪੁਲਿਸ ਦਿੰਦੀ ਹੈ, ਦੂਜੀ ਵਾਰੀ ਬੱਚੇ ਨੂੰ ਲੈ ਜਾਂਦੀ ਹੈ ਤੇ ਹੋਸਟਲ ਵਿੱਚ ਪਾ ਕੇ ਖਰਚੇ ਦਾ ਬਿੱਲ ਮਾਂ ਪਿਓ ਨੂੰ ਭੇਜ ਦਿੰਦੀ ਹੈ ਤੇ ਉਹਨਾਂ ਨੂੰ ਦੱਸ ਦਿੰਦੇ ਹਨ ਕਿ ਤੁਸੀਂ ਬੱਚਾ ਤਾਂ ਜੰਮ ਲਿਆ, ਪਰ ਤੁਹਾਨੂੰ ਪਾਲਣਾ ਨਹੀਂ ਆਉਂਦਾ। ਇਸ ਕਰਕੇ ਅਸੀਂ ਐਸਾ ਕੀਤਾ ਹੈ। ਅੱਗੇ ਇਹ ਸੀ ਕਿ ਗਲ ਤੇ ਤਾਂ ਨਹੀਂ ਮਾਰ ਸਕਦੇ, ਪੋਲਾ ਜਾਂ ਤੱਫਾ ਬੱਚੇ ਦੇ ਚਿੱਤੜ ਤੇ ਮਾਰ ਸਕਦੇ ਸਨ, ਪਰ ਹੁਣ ਉਹਨਾਂ ਸਾਰੇ ਹੀ ਦੇਸ਼ਾਂ ਵਿੱਚ ਇਹ ਕਾਨੂੰਨ ਵੀ ਬਦਲ ਗਿਆ। ਹੁਣ ਤਾਂ ਚਿੱਤੜ ਤੇ ਤੱਫਾ ਵੀ ਨਹੀਂ ਮਾਰਿਆ ਜਾ ਸਕਦਾ। ਕਾਨੂੰਨ ਦੀ ਉਲੰਘਣਾ ਕਰਨ ਵਾਲੇ ਦਾ ਕੁੱਤੇ ਤੋਂ ਵੀ ਭੈੜਾ ਹਸ਼ਰ ਕਰਦੇ ਹਨ। ਇੱਥੇ ਆਹ ਸਾਲੇ ਦਾੜੀਆਂ ਕੱਢ ਕੇ ਕੋਲ ਬਹਿ ਕੇ ਕਟਵਾਉਣ ਡਏ ਨੇ। ਗੱਲਾਂ ਕਰਦਿਆਂ ਉਹਨੇ ਉਹਨਾਂ ਮਾਵਾਂ ਨੂੰ ਵੀ ਬੜੀ ਗਾਲ ਵਾਹੀ, ਜਿਨ੍ਹਾਂ ਜੰਮ ਕੇ ਸੁੱਟ ਤਾਂ ਦਿੱਤੇ ਪਰ ਹੁਣ ਐਸ ਬੁੱਚੜਖਾਨੇ ਘੱਲ ਦਿੱਤੇ ਹਨ। ਇਹਦੇ ਨਾਲੋਂ ਤਾਂ ਜੰਮਦਿਆਂ ਹੀ ਗਲ ਘੁੱਟ ਦਿੰਦੇ। ਇਸੇ ਹੀ ਸਕੂਲ ਦੀ ਗੱਲ ਹੈ ਕਿ ਇੱਕ ਮਾਸਟਰਾਣੀ ਬੱਚਿਆਂ ਨੂੰ ਸੋਟੀ ਨਾਲ ਕੁੱਟ ਰਹੀ ਸੀ ਕਿ ਅਮਰਜੀਤ ਸਿੰਘ ਤਾਨ, ਜਿਹੜੇ ਪ੍ਰਸਿੱਧ ਰਾਗੀ ਹਨ, ਦੇ ਮੁੰਡੇ ਦੀ ਅੱਖ ਤੇ ਵੱਜ ਗਈ ਤੇ ਉਹਦਾ ਕੋਰਨੀਆ ਖਰਾਬ ਹੋ ਗਿਆ ਤੇ ਅੱਖ ਤੇ ਬੜਾ ਭਾਰੀ ਜ਼ਖਮ ਹੋ ਗਿਆ। ਜਲ ਪਾਣੀ ਛਕ ਕੇ ਅਸੀਂ ਥੱਲੇ ਆਏ ਤਾਂ ਉਸੇ ਹੀ ਬੁੱਢੇ ਝਾਂਗੀ ਦੀ ਉਹੀ ਮਹਿਫਲ ਜੰਮੀ ਹੋਈ ਸੀ। ਗੱਲਾਂ ਵੀ ਲਗਭਗ ਉਹੀ ਸਨ ਜਿਹੜੀਆਂ ਕੱਲ ਸਾਨੂੰ ਸੁਣਾਈਆਂ ਸਨ। ਉਹ ਲੁਧਿਆਣੇ ਵਾਲੇ ਸੱਜਣ ਉਹਦੀਆਂ ਗੱਲਾਂ ਸੁਣਨ ਲਈ ਖਲੋ ਗਏ, ਪਰ ਉਹਨਾਂ ਨੇ ਉਸ ਬੁੱਢੇ ਨੂੰ ਲੰਮੀ ਹੱਥੀਂ ਲਿਆ। ਜਦੋਂ ਉਹਨੇ ਕਿਹਾ ਸੱਪ ਉਸ ਪਹਾੜੀ ਤੋਂ ਇੱਧਰ ਕਿਵੇਂ ਆ ਗਿਆ, ਤਾਂ ਉਹ ਲੁਧਿਆਣੇ ਵਾਲੇ ਸਰਦਾਰ ਸਾਹਿਬ ਕਹਿਣ ਲੱਗੇ, ਕਿਉਂ, ਉਹਨੇ ਇੱਧਰ ਆਉਣ ਲੱਗੇ ਨੇ ਵੀਜ਼ਾ ਲੈ ਕੇ ਆਉਣਾ ਸੀ, ਉਹਨੂੰ ਇੱਧਰ ਆਉਣ ਵਿੱਚ ਕੀ ਰੁਕਾਵਟ ਸੀ। ਫਿਰ ਜਦੋਂ ਉਸਨੇ ਕਿਹਾ ਹੁਣ ਵੀ ਉਸ ਪਹਾੜ ਤੇ ਉਹ ਸੱਪ ਮਿਲਦਾ ਹੈ, ਤਾਂ ਉਹ ਸਰਦਾਰ ਸਾਹਿਬ ਫਿਰ ਹੱਸੇ ਤੇ ਕਹਿਣ ਲੱਗੇ, ਤੁਸਾਂ ਬਜ਼ੁਰਗੋ ਕਿਵੇਂ ਪਛਾਣ ਲਿਆ ਭਾਈ, ਇਹ ਉਦਣ ਵਾਲਾ ਹੀ ਸੱਪ ਹੈ, ਉਹਦੇ ਮੋਢੇ ਤੇ ਉਹਦਾ ਨਾਮ ਲਿਖਿਆ ਹੋਇਆ। ਸੱਪਾਂ ਬਾਰੇ ਮਹਾਰਾਜ ਨੇ ਇਹ ਤੱਥ ਕੱਢੇ ਹੋਏ ਹਨ ਕਿ ਸੱਪ ਆਪਣੀ ਥਾਂ ਦੀ ਵਿਸ਼ੇਸ਼ ਪਛਾਣ ਬਣਾ ਕੇ ਨਹੀਂ ਰੱਖਦਾ ਤੇ ਤੁਰਿਆ ਤੁਰਿਆ ਕਿੱਧਰ ਦਾ ਕਿੱਧਰ ਚਲਿਆ ਜਾਂਦਾ ਹੈ। ਨਾਲੇ ਬਾਬੇ ਇਕਬਾਲ ਸਿੰਘ ਵਾਂਗ ਉਹਨੇ ਕਿਹੜਾ ਜ਼ਮੀਨ ਲੈ ਕੇ ਸਕੂਲ ਬਣਾਇਆ ਹੋਇਆ ਭਈ ਤੁਹਾਨੂੰ ਕਈ ਵਾਰ ਮਿਲਿਆ ਹੈ। ਰਹੀ ਗੱਲ ਮੱਥਾ ਟੇਕਣ ਦੀ, ਤੇ ਸੱਪ ਜਾਨਵਰ ਜਾਂ ਡੰਗਰ ਬੰਦਿਆਂ ਵਾਂਗ ਇਹ ਖੇਖਣ ਨਹੀਂ ਕਰਦੇ ਤੇ ਨਾ ਹੀ ਉਹਨਾਂ ਨੂੰ 2 ਅਤੇ 4 ਦਾ ਪਤਾ ਹੁੰਦਾ। ਨਾਲੇ ਸੱਪ ਨੂੰ ਕੀ ਪਤਾ ਇਹ ਗੁਰਦੁਆਰਾ ਹੈ ਕਿ ਗੁਰੂ ਗ੍ਰੰਥ ਸਾਹਿਬ ਹੈ। ਉਹ ਸੱਪ ਕੋਈ ਸਿੱਖ ਸੀ ਜਿਹਦੀ ਮਾਂ ਨੇ ਸਿੱਖ ਹੋਣ ਨਾਲ ਤੇ ਉਹਨੂੰ ਮੱਥਾ ਟੇਕਣਾ ਸਿਖਾਇਆ ਹੋਵੇ, ਭਾਈ ਪੁੱਤ ਗੁਰੂ ਮਹਾਰਾਜ ਨੂੰ ਮੱਥਾ ਟੇਕੀਦਾ। ਰਹੀ ਕੀਰਤਨ ਹੁੰਦੇ ਤੇ ਬੈਠੇ ਰਹਿਣ ਦੀ ਗੱਲ, ਇਹ ਤਾਂ ਅੱਜ ਕੱਲ ਦਾ ਬੱਚਾ ਜਾਣਦਾ ਹੈ ਕਿ ਸੱਪ ਦੇ ਕੰਨ ਨਹੀਂ ਹੁੰਦੇ। ਕੀਰਤਨ ਉਸ ਕਾਹਦੇ ਨਾਲ ਸੁਣਨਾ ਸੀ। ਪਰਲੇ ਪਾਸੇ ਬੰਦੇ ਬੈਠੇ ਸੀ, ਉਰਲਾ ਪੌੜੀਆਂ ਵਾਲਾ ਪਾਸਾ ਵਿਹਲਾ ਸੀ। ਉਹ ਪੌੜੀਆਂ ਉੱਤਰ ਆਇਆ ਤੇ ਤੂੰ ਬਜ਼ੁਰਗਾ ਕਹਿੰਦਾ ਹੈ ਸੱਪ ਪੌੜੀਆਂ ਨਹੀਂ ਚੜ੍ਹ ਸਕਦਾ। ਮੈਂ ਤੇ ਦਰਖਤਾਂ ਤੇ ਭੱਜੇ ਫਿਰਦੇ ਸੱਪ ਵੇਖੇ ਹਨ। ਜੇ ਤੈਨੂੰ ਹੁਣ ਕਿਤੇ ਮਿਲਿਆ ਤਾਂ ਹੱਥ ਮਿਲਾ ਕੇ ਵੇਖ ਲਈ ਉਹਦਾ ਸਵਾਦ। ਫਿਰ ਉਹ ਸਰਦਾਰ ਸਾਹਿਬ ਉਸ ਬੁੱਢੇ ਨੂੰ ਸਿੱਧੇ ਹੀ ਹੋ ਪਏ ਤੇ ਕਿਹਾ, ਓਏ ਤੁਹਾਨੂੰ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਇਹੋ ਜਿਹੀਆਂ ਗੱਲਾਂ ਕਰਦਿਆਂ ਨੂੰ? ਕਿਉਂ ਲੋਕਾਂ ਦਾ ਬੇੜਾ ਗਰਕ ਕਰਨ ਲੱਗੇ ਹੋ? ਸਿੱਖ ਇਤਿਹਾਸ ਵਿੱਚ ਵੀ ਤੇਰੇ ਵਰਗੇ ਨੇ ਸਾਖੀਆਂ ਬਣਾ ਧਰੀਆਂ ਹਨ। ਅਖੇ ਸੱਪ ਸੁੱਤੇ ਪਏ ਗੁਰੂ ਨਾਨਕ ਦੇ ਚਿਹਰੇ ਤੇ ਫਨ ਖਿਲਾਰ ਕੇ ਛਾਂ ਕਰਨ ਲਈ ਬੈਠਾ ਸੀ। ਭਲਾ ਕੋਈ ਪੁੱਛੇ ਕਿ ਸੱਪ ਦੀ ਫਨ ਨੇ ਕਿੰਨੀ ਕੋਈ ਛਾਂ ਕਰ ਦਿੱਤੀ ਹੋਵੇਗੀ। ਉਹ ਕੋਈ ਛਤਰੀ ਸੀ ਜਿਹਦੇ ਨਾਲ ਚਿਹਰੇ ਤੇ ਛਾਂ ਹੋ ਗਈ। ਕੀ ਪਤਾ ਸੱਪ ਲੜਨ ਲਈ ਹੀ ਬੈਠਾ ਹੋਵੇ, ਤੇ ਜੇ ਗੁਰੂ ਜੀ ਸੁੱਤੇ ਸੁੱਤੇ ਪਾਸਾ ਮੋੜਦੇ ਜਾਂ ਲੱਤ ਬਾਂਹ ਹਿਲਾਉਂਦੇ ਤਾਂ ਉਹ ਲੜ ਹੀ ਜਾਂਦਾ। ਗੱਲ ਕਰਦਿਆਂ ਵਿੱਚੋਂ ਹੀ ਇੱਕ ਸਰਦਾਰ ਸਾਹਿਬ ਨੇ ਕਿਹਾ, ਗੁਰੂ ਜੀ ਪਰਮਾਤਮਾ ਦਾ ਰੂਪ ਸਨ, ਇਸੇ ਲਈ ਹੀ ਸੱਪ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੋਇਆ ਸੀ। ਇਹ ਸੁਣ ਕੇ ਪਹਿਲੇ ਸਰਦਾਰ ਸਾਹਿਬ ਫਿਰ ਕਹਿਣ ਲੱਗੇ, ਗੁਰੂ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੂੰ, ਜੋ ਪਟਵਾਰੀ ਹੋਣ ਕਰਕੇ ਬੜੇ ਸਿਆਣੇ ਸਨ, ਤਾਂ ਪਤਾ ਨਾ ਲੱਗਾ ਕਿ ਮੇਰੇ ਘਰ ਪਰਮਾਤਮਾ ਨੇ ਜਨਮ ਲਿਆ ਹੈ, ਤੇ 20 ਰੁਪਈਆਂ ਦਾ ਨੁਕਸਾਨ ਹੋ ਜਾਣ ਤੇ ਗੁਰੂ ਜੀ ਨੂੰ ਕੁੱਟਣ ਤੱਕ ਤਿਆਰ ਹੋ ਗਏ। ਪਰ ਅਨਪੜ੍ਹ ਸੱਪ ਨੂੰ ਕਿੱਥੋਂ ਪਤਾ ਲੱਗ ਗਿਆ ਕਿ ਇਹ ਸੁੱਤਾ ਪਿਆ ਵਿਅਕਤੀ ਰੱਬ ਦਾ ਰੂਪ ਹੈ। ਬ੍ਰਾਹਮਣਾਂ ਤੇ ਤੁਹਾਡੇ ਵਰਗੇ ਸਿੱਖਾਂ ਨੇ ਇਦਾਂ ਦੀਆਂ ਗੱਲਾਂ ਕਰਕੇ ਸਿੱਖ ਇਤਿਹਾਸ ਦਾ ਬੇੜਾ ਗਰਕ ਕੀਤਾ ਹੈ। ਗੁਰੂ ਜੀ 16 ਸਾਲ ਪੈਦਲ ਤੁਰੇ ਤੇ ਦੂਰ ਦੁਰਾਡੇ ਦੇ ਦੇਸ਼ਾਂ ਵਿੱਚ ਗਏ, ਤੇ ਉਹਨਾਂ ਨੇ 35,000 ਮੀਲ ਦਾ ਸਫ਼ਰ
ਪੈਦਲ ਕੀਤਾ ਤੇ ਤੁਸੀਂ ਕਹਿ ਦਿੰਦੇ ਹੋ ਮਰਦਾਨਿਆਂ ਅੱਖਾਂ ਮੀਟ। ਮਰਦਾਨੇ ਨੇ ਅੱਖਾਂ ਮੀਟੀਆਂ ਤੇ ਸਕਿੰਟਾਂ ਵਿੱਚ ਬਾਬਾ ਜੀ ਮੱਕੇ ਪਹੁੰਚ ਗਏ, ਕਦੇ ਅਸਾਮ ਪਹੁੰਚ ਗਏ। ਇੰਨੀ ਤੇਜ਼ੀ ਨਾਲ ਤਾਂ ਰਾਕਟ ਵੀ ਨਹੀਂ ਉੱਡਦਾ। ਜੇ ਉਹ ਏਡੀ ਛੇਤੀ ਹਰ ਥਾਂ ਪਹੁੰਚ ਜਾਂਦੇ ਸਨ, ਫਿਰ ਉਹਨਾਂ ਨੂੰ ਕੁਝ ਥਾਵਾਂ ਤੇ ਜਾਣ ਲਈ 16 ਸਾਲ ਕਿਉਂ ਲੱਗੇ। ਬਾਬੇ ਦੀ ਖੁੰਬ ਠੱਪੀ ਗਈ ਤੇ ਉਹ ਪਰਾਂ ਨੂੰ ਚਲਾ ਗਿਆ। ਪਰ ਦੂਜਾ ਕਮਲਾ ਜਿਹਾ ਮੈਨੂੰ ਆ ਕੇ ਕਹਿਣ ਲੱਗਾ, ਜੀ ਸਾਡੇ ਸਾਰੇ ਮਜ਼ਦੂਰ ਪਹਾੜ ਦੇ ਹਨ। ਤੁਹਾਡੀਆਂ ਬੰਦੂਕਾਂ ਵੇਖ ਕੇ ਕੱਲ ਦਾ ਇਹਨਾਂ ਵਿੱਚ ਕੁਝ ਤਣਾਅ ਜਿਹਾ ਆ ਗਿਆ, ਕਿਉਂਕਿ ਜਦੋਂ 1984 ਵਿੱਚ ਵੀ ਬਾਕੀ ਥਾਵਾਂ ਤੇ ਕਤਲੋ ਗਾਰਤ ਹੋਈ ਸੀ ਤਾਂ ਇੱਥੇ ਵਾਹਿਗੁਰੂ ਦੀ ਕਿਰਪਾ ਹੀ ਰਹੀ ਸੀ। ਤੁਸੀਂ ਇਹ ਬੰਦੂਕਾਂ ਸਾਡੇ ਕੋਲ ਜਮ੍ਹਾਂ ਕਰਵਾ ਦਿਓ, ਕਿਉਂਕਿ ਇਸ ਤਰ੍ਹਾਂ ਤਣਾਅ ਵਧਣ ਦਾ ਡਰ ਹੈ। ਮੈਂ ਕਿਹਾ, ਜਾਂ ਉਸ ਬੁੱਢੇ ਰੱਚੜ ਨੂੰ ਸੱਦ ਕੇ ਲਿਆ ਜਿਹੜਾ ਕੱਲ ਆਂਦਾ ਸੀ ਇਹ ਪਹਾੜੀਏ ਭੋਲੇ ਹੀ ਬਹੁਤ ਨੇ, ਕੇਲਾ ਰੱਖ ਕੇ ਮੱਥਾ ਟੇਕਦੇ ਹਨ, ਪ੍ਰਸ਼ਾਦ ਨਹੀਂ ਲੈਂਦੇ, ਕਿਉਂਕਿ ਇਹਨਾਂ ਨੂੰ ਕਿਸੇ ਨੇ ਪ੍ਰਸ਼ਾਦ ਲੈਣਾ ਸਿਖਾਇਆ ਹੀ ਨਹੀਂ। ਗੁਰੂ ਗੋਬਿੰਦ ਸਿੰਘ ਨੇ ਆਪਣੀ ਜ਼ਿੰਦਗੀ ਵਿੱਚ 14 ਲੜਾਈਆਂ ਲੜੀਆਂ, 13 ਇਹਨਾਂ ਪਹਾੜੀਆਂ ਨਾਲ ਤੇ 14ਵੀਂ ਔਰੰਗਜ਼ੇਬ ਨਾਲ। ਉਹ ਵੀ ਇਹ ਪਹਾੜੀਏ ਹੀ ਉਹਨੂੰ ਸ਼ਿਕਾਇਤਾਂ ਕਰ ਕਰਕੇ ਚੜਾ ਕੇ ਲਿਆਏ ਸਨ। ਜੇ ਇੱਥੇ ਏਡਾ ਹੀ ਖਤਰਾ ਹੈ ਤਾਂ ਫਿਰ 694 ਪਰਿਵਾਰਾਂ ਦੇ ਬੱਚੇ ਇੱਥੇ ਕਿਉਂ ਰੱਖੇ ਹੋਏ ਜੇ ਇਹਨਾਂ ਪਹਾੜੀਆਂ ਨੇ ਇਹਨਾਂ ਨੂੰ ਯਾਰ ਗੁਲਾਮ ਬਣਾ ਲਿਆ, ਫਿਰ ਕੀ ਕਰੋਗੇ। ਪੰਜਾਬ ਵਿੱਚ ਤੇ ਹੱਕ ਲੈਣ ਦੀ ਲੜਾਈ ਚੱਲ ਰਹੀ ਹੈ, ਪਤਾ ਨਹੀਂ ਹੋਰ ਕਿੰਨਾ ਕੁ ਚਿਰ ਚੱਲੇ। ਇਹਨਾਂ ਮਾਸੂਮਾਂ ਨੂੰ ਕਿਉਂ ਭੱਠੀ ਵਿੱਚ ਝੋਕਣ ਲੱਗੇ ਹੋ। ਅਸਲ ਵਿੱਚ ਮੈਂ ਉਸ ਡੌਰ ਭੌਰੇ ਜੇ ਕਮਲੇ ਸਿੱਖ ਨਾਲ ਇਹ ਗੱਲਾਂ ਨਹੀਂ ਸੀ ਕਰ ਰਿਹਾ, ਉੱਥੇ ਖਲੋਤੇ ਬੱਚਿਆਂ ਦੇ ਮਾਂ-ਪਿਓ ਤੇ ਰਿਸ਼ਤੇਦਾਰਾਂ ਨਾਲ ਗੱਲ ਕਰ ਰਿਹਾ ਸੀ। ਮੈਂ ਉਸ ਨੂੰ ਕਿਹਾ, ਨਾਲੇ ਤੁਸੀਂ ਕਹਿੰਦੇ ਹੋ ਇਹਨਾਂ ਨਿਆਣਿਆਂ ਨੂੰ ਬਹਾਦਰ ਬਣਾਉਣਾ ਹੈ, ਪਰ ਉਧਰ ਮੇਰੀਆਂ ਬੰਦੂਕਾਂ ਵੇਖ ਵੇਖ ਕੇ ਤੁਹਾਡੀ ਸਾਰਿਆਂ ਦੀ ਟੱਟੀ ਨਿਕਲ ਨੂੰ ਕਰਦੀ ਹੈ। ਚੱਲ ਭੱਜ ਜਾ, ਕਿਤੇ ਛਿੱਤਰ ਨਾ ਖਾਈ। ਤੇ ਉਹ ਕੰਨ ਲਵੇਟ ਕੇ ਪਰਾਂ ਨੂੰ ਚਲਾ ਗਿਆ। ਅਸੀਂ ਵਾਪਸ ਆਉਣ ਲੱਗੇ ਤਾਂ ਇੱਕ 30-35 ਸਾਲ ਦਾ ਪੜ੍ਹਿਆ ਲਿਖਿਆ ਸਿੱਖ ਤੇ ਉਸ ਦੀ ਠੀਕ ਠਾਕ ਪੜ੍ਹੀ ਲਿਖੀ ਪਤਨੀ ਸਾਡੀ ਕਾਰ ਕੋਲ ਆ ਕੇ ਸਾਨੂੰ ਕਹਿਣ ਲੱਗੇ, ਅਸੀਂ ਆਪਣੇ ਬੱਚੇ ਇੱਥੇ ਪੜ੍ਹਾਉਣ ਲਈ ਕੱਲ ਲਿਆਂਦੇ ਸੀ। 2 ਮੁੰਡਿਆਂ ਦਾ ਅਸੀਂ 20,000 ਰੁਪਈਆ ਵੀ ਪ੍ਰਿੰਸੀਪਲ ਕੋਲ ਜਮ੍ਹਾਂ ਕਰਵਾ ਦਿੱਤਾ ਹੈ, ਪਰ ਕੱਲ ਦੇ ਕਿੰਨੇ ਹੀ ਨਿਆਣੇ ਅਸਾਂ ਵੇਖੇ ਹਨ ਜਿਹੜੇ ਖੁਰਕ ਦੇ ਮਾਰੇ ਹੋਏ ਤੇ ਜੂਆਂ ਨਾਲ ਭਰੇ ਹੋਏ ਹਨ। ਕਈਆਂ ਦੇ ਗਿੱਟਿਆਂ ਤੇ ਮੈਲ ਦੇ ਉਛਾੜ ਚੜੇ ਹੋਏ ਹਨ। ਅਸਾਂ ਫੈਸਲਾ ਕਰ ਲਿਆ ਹੈ ਕਿ ਬੱਚੇ ਇੱਥੇ ਨਹੀਂ ਪੜਾਉਣੇ ਤੇ ਆਪਣੀਆਂ ਅੱਖਾਂ ਸਾਹਮਣੇ ਰੱਖਣੇ ਹਨ। ਸਾਨੂੰ ਏਡੀ ਮਹਿੰਗੀ ਸਿੱਖੀ ਨਹੀਂ ਚਾਹੀਦੀ, ਪਰ ਹੁਣ ਪ੍ਰਿੰਸੀਪਲ ਸਾਡੀ ਜਮ੍ਹਾਂ ਕਰਾਈ ਹੋਈ ਫੀਸ ਨਹੀਂ ਮੋੜਦਾ ਤੇ ਸਗੋਂ ਬਾਕੀ ਦੀ ਰਹਿੰਦੀ ਫੀਸ ਦਾ 20,000 ਹੋਰ ਮੰਗਦਾ ਹੈ। ਮੈਂ ਟਾਲਾ ਵੱਟਣਾ ਚਾਹੁੰਦਾ ਸਾਂ, ਪਰ ਮਜਬੂਰਨ ਮੈਨੂੰ ਉਹਨਾਂ ਨਾਲ ਜਾਣਾ ਪਿਆ। ਹਲਕੀ ਜੀ ਉਮਰ ਦਾ ਪ੍ਰਿੰਸੀਪਲ ਕਹਿਣ ਲੱਗਾ, ਬਾਬਾ ਜੀ ਤਾਂ ਵਿਦੇਸ਼ ਗਏ ਹੋਏ ਹਨ, ਆਉਣਗੇ ਤਾਂ ਤੁਹਾਡਾ ਫੈਸਲਾ ਕਰਨਗੇ। 20,000 ਰੁਪਇਆ ਤੁਹਾਡਾ ਫੀਸਾਂ ਦਾ ਆਇਆ ਹੈ ਤੇ 20 ਹੋਰ ਰਹਿੰਦਾ ਹੈ, ਉਹ ਜਮ੍ਹਾਂ ਕਰਵਾ ਦਿਓ ਤੇ ਬੱਚੇ ਲੈ ਜਾਓ। ਇਸ ਗੱਲ ਤੋਂ ਮੈਨੂੰ ਉਹ ਪ੍ਰਿੰਸੀਪਲ ਦੀ ਥਾਂ ਇੱਕ ਮੂਰਖ ਬਦਮਾਸ਼ ਛੁਰੀਮਾਰ ਇਨਸਾਨ ਕੁਰਸੀ ਤੇ ਬੈਠਾ ਨਜ਼ਰ ਆਇਆ। ਮੈਂ ਪੁੱਛਿਆ, ਤੇ ਜੇ ਇਹ 20,000 ਹੋਰ ਨਾ ਦੇਣ ਤਾਂ ਫਿਰ ਤੁਸੀਂ ਇਹਨਾਂ ਦੇ ਬੱਚੇ ਸਕੂਲੋਂ ਬਾਹਰ ਨਹੀਂ ਜਾਣ ਦੇਵੋਗੇ? ਕਿਵੇਂ ਜਾ ਸਕਦੇ ਹਨ? ਅਸਾਂ ਇਹਨਾਂ ਦੇ ਬੱਚਿਆਂ ਨੂੰ ਸਕੂਲ ਵਿੱਚ ਬਕਾਇਦਾ ਦਾਖਲਾ ਦਿੱਤਾ ਹੈ, ਬਾਕੀ ਦੀ ਫੀਸ ਤਾਂ ਜਮ੍ਹਾਂ ਕਰਾਉਣੀ ਹੀ ਪਵੇਗੀ। ਮੈਂ ਕਿਹਾ, ਪ੍ਰਿੰਸੀਪਲ ਸਾਹਿਬ, ਤੁਸਾਂ ਕਦੇ ਕੋਈ ਜਾਇਦਾਦ ਵੇਚੀ ਜਾਂ ਖਰੀਦੀ ਹੋਵੇ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਬਿਆਨਾ ਦੇਣ ਤੋਂ ਬਾਅਦ ਜੇ ਕੋਈ ਬਾਕੀ ਦੀ ਰਕਮ ਚੁਕਤਾ ਨਾ ਕਰੇ ਤਾਂ ਬਿਆਨਾ ਜ਼ਬਤ ਹੋ ਜਾਂਦਾ ਹੈ। ਇਦੋਂ ਵੱਧ ਕੋਈ ਕੁਝ ਨਹੀਂ ਕਰ ਸਕਦਾ। ਇਹਨਾਂ ਤੁਹਾਡੇ ਕੋਲ ਕੋਈ ਜਾਇਦਾਦ ਵੇਚੀ ਜਾਂ ਲਈ ਨਹੀਂ, ਪਰ ਫਿਰ ਵੀ ਬੱਚੇ ਨਾ ਪੜ੍ਹਾਉਣਾ ਚਾਹਣ ਤਾਂ ਵੱਧ ਤੋਂ ਵੱਧ ਤੁਸੀਂ ਇਹਨਾਂ ਦੀ ਜਮ੍ਹਾਂ ਕਰਵਾਈ ਹੋਈ ਫੀਸ ਮਾਰ ਸਕਦੇ ਹੋ, ਹੋਰ ਪੈਸੇ ਨਹੀਂ ਮੰਗ ਸਕਦੇ। ਉਹ ਕਹਿਣ ਲੱਗਾ, ਚਲੋ ਫਿਰ ਜਮ੍ਹਾਂ ਕਰਵਾਈ ਫੀਸ ਨਹੀਂ ਮਿਲ ਸਕਦੀ, ਬੱਚੇ ਲੈ ਜਾਣ। ਬੱਚਿਆਂ ਦਾ ਬਾਪ ਵਿਚਾਰਾ ਇਹ ਗੱਲ ਵੀ ਮੰਨ ਗਿਆ ਤੇ ਪ੍ਰਿੰਸੀਪਲ ਦੇ ਸਾਹਮਣੇ ਹੀ ਕਹਿਣ ਲੱਗਾ, ਚਲੋ ਜੀ, ਵਾਰ ਕੇ ਸੁੱਟਿਆ ਮੈਂ ਆਪਣੇ ਪੁੱਤਾਂ ਦੇ ਸਿਰ ਉੱਤੋਂ ਦੀ 20,000। ਪਰ ਇਹ ਤੇ ਪਤਾ ਲੱਗ ਗਿਆ ਵੀ ਇਹ ਸੰਤ ਸਾਧ ਨਹੀਂ, ਇੱਕ ਨੰਬਰ ਦੇ ਠੱਗ ਹਨ। ਮੈਂ ਉਹਨਾਂ ਨੂੰ ਹੌਸਲਾ ਰੱਖਣ ਅਤੇ ਬੈਠ ਜਾਣ ਲਈ ਕਿਹਾ ਤੇ ਪੁੱਛਿਆ, ਬਾਬਾ ਜੀ ਕਦੋਂ ਆਉਣਗੇ ਪ੍ਰਿੰਸੀਪਲ ਸਾਹਿਬ? ਉਹ ਕਹਿਣ ਲੱਗੇ, ਅਜੇ ਮਹੀਨਾ ਲੱਗ ਜਾਏਗਾ। ਉਨੀ ਦੇਰ ਨੂੰ ਦੂਸਰੇ ਸਰਦਾਰ ਜੀ ਵੀ ਆ ਗਏ। ਮੈਂ ਦਿਲ ਵਿੱਚ ਸੋਚਿਆ, ਹੁਣ ਕੰਮ ਬਣ ਗਿਆ ਸਮਝੋ। ਉਹਨਾਂ ਆਉਂਦਿਆਂ ਹੀ ਪੁੱਛਿਆ, ਇਹ ਸਕੂਲ ਕਿਹਦਾ ਹੈ, ਬਾਬਾ ਜੀ ਦਾ ਕਿ ਤੁਹਾਡਾ? ਪ੍ਰਿੰਸੀਪਲ ਦੇ ਮੂੰਹੋਂ ਨਿਕਲਿਆ, ਬਾਬਾ ਜੀ ਦਾ।
तुसां किस अधिकार नाल 20,000 जमा कर लिया? मैं स्कूल दा बाबा जी द्वारा नामजद कीता होया उन्हां दे प्रतिनिध वजों हर काम कर सकदा हां। उसे ही प्रतिनिध दे अधिकार वजों इन्हां दा 20,000 क्यों नहीं मोड़दे? बाबा जी दे आउण तक इंतजार करन नूं क्यों कहिंदे हो? लियाओ इन्हां दे पैसे मोड़ो। ਵੱਧ ਤੋਂ ਵੱਧ ਰਾਤ ਦੀਆਂ ਖਾਧੀਆਂ ਰੋਟੀਆਂ, ਸਵੇਰ ਦੀ 2 ਕੱਪ ਚਾਹ ਤੇ ਕਮਰੇ ਵਿੱਚ ਭੁੰਜੇ ਸੌਣ ਦੇ ਪੈਸੇ ਕੱਟ ਲਓ, ਨਹੀਂ ਤੇ ਪੁਲਿਸ ਕੇਸ ਬਣੇਗਾ। ਕਿਤੇ ਖਲੋਣ ਜੋਗੇ ਨਾ ਰਹਿ ਜਾਓਗੇ। ਐਸਾ ਕੋਈ ਕਾਨੂੰਨ ਨਹੀਂ ਕਿ ਕੋਈ ਰਾਤ ਨੂੰ ਬੱਚੇ ਪੜ੍ਹਾਉਣ ਦੀ ਫੀਸ ਜਮ੍ਹਾਂ ਕਰਵਾ ਕੇ ਸਵੇਰੇ ਆਪਣਾ ਇਰਾਦਾ ਬਦਲ ਲਵੇ ਤਾਂ ਉਸ ਨੂੰ ਪੈਸੇ ਵਾਪਸ ਨਾ ਮਿਲਣ। ਹਾਂ, ਜੋ ਖਰਚਾ ਆਇਆ ਹੈ ਉਹ ਕੱਟ ਲਓ। ਲਓ ਜੀ, ਇਸ ਤਰ੍ਹਾਂ ਦੀ ਕਿੰਨੀ ਸਾਰੀ ਬੱਕ-ਬੱਕ ਹੋਣ ਤੋਂ ਬਾਅਦ ਉਹਨਾਂ ਵਿਚਾਰਿਆਂ ਦੇ ਪੈਸੇ ਵਾਪਸ ਹੋਏ। ਹੁਣ ਇਹ ਫੈਸਲਾ ਕਰਨਾ ਬਾਕੀ ਹੈ ਕਿ ਇਹੋ ਜਿਹੇ ਲੋਕ ਜੋ ਅਸਲ ਵਿੱਚ ਪੈਸੇ ਦੇ ਲਾਲਚੀ ਭੇੜੀਏ ਬਣ ਚੁੱਕੇ ਹਨ, ਉੱਪਰੋਂ ਸਿੱਖੀ ਦਾ ਬਾਣਾ ਪਾ ਕੇ ਸੰਤ ਬਣੇ ਹੋਏ ਹਨ, ਬਾਰੇ ਸਿੱਖਾਂ ਨੂੰ ਕੀ ਐਕਸ਼ਨ ਲੈਣਾ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੀ ਬਦਮਾਸ਼ੀ ਛੱਡ ਕੇ ਸਿੱਧੇ ਰਾਹ ਤੇ ਆ ਜਾਣ। ਜਲੰਧਰ ਸ਼ਹਿਰ ਦੇ ਵਪਾਰੀ ਤੇ ਗੁਰਦੁਆਰਾ ਗੁਰੂ ਤੇਗ ਬਹਾਦਰ ਤੇ ਹਸਪਤਾਲ ਦੇ ਪ੍ਰਧਾਨ ਜਗਜੀਤ ਸਿੰਘ ਗਾਬਾ ਤੇ ਉਹਨਾਂ ਦੇ 2 ਛੋਟੇ ਭਰਾਵਾਂ ਦੇ ਬੱਚੇ ਵੀ ਉਹਨਾਂ ਨੇ ਖੁਰਕ ਤੇ ਜੂਆਂ ਪੈਣ ਕਰਕੇ ਹੀ ਉਸ ਸਕੂਲ ਵਿੱਚੋਂ ਕਢਵਾਏ ਸਨ। ਬਾਬਾ ਇਕਬਾਲ ਸਿੰਘ ਜੀ ਪੜ੍ਹੇ ਲਿਖੇ ਆਦਮੀ ਹਨ, ਪਰ ਜਿਹੜੀ ਉਸ ਸਕੂਲ ਦੀ ਇਮਾਰਤ ਬਣ ਰਹੀ ਸੀ ਉਸ ਦਾ ਤਰੀਕਾ ਤੇ ਬਣਾਉਣ ਦਾ ਢੰਗ ਅਨਾੜੀਆਂ ਵਾਲਾ ਹੀ ਸੀ। ਸੀਮਟ, ਰੇਤ ਤੇ ਬਜਰੀ ਦੀਆਂ ਪਹਿਲਾਂ ਇੱਟਾਂ ਥੱਪੀਆਂ ਜਾਂਦੀਆਂ ਸਨ, ਫਿਰ ਉਹਨਾਂ ਦੀ ਚਣਾਈ ਕੀਤੀ ਜਾਂਦੀ ਸੀ। ਜੇ ਏਡਾ ਪਵਾੜਾ ਜੂ ਕਰਨਾ ਹੈ ਤਾਂ ਸਿੱਧੀ RCC ਉਸਾਰੀ ਕਰਨ ਵਿੱਚ ਕੀ ਹਰਜ ਹੈ, ਨਾਲੇ ਇਮਾਰਤ ਹੋਰ ਮਜ਼ਬੂਤ ਬਣਦੀ। ਬਾਬਾ ਇਕਬਾਲ ਸਿੰਘ ਦਾ ਪੈਸੇ ਇਕੱਠੇ ਕਰਨ ਦਾ ਢੰਗ ਵੀ ਬੜਾ ਨਿਰਾਲਾ ਹੈ। ਪਹਿਲਾਂ ਦੱਸੇ ਅਨੁਸਾਰ ਪੂਰੇ ਸਕੂਲ ਵਿੱਚੋਂ 10-11 ਬੱਚਿਆਂ ਤੇ ਖੂਬ ਮਿਹਨਤ ਕਰਕੇ ਉਹਨਾਂ ਨੂੰ ਕੀਰਤਨ ਸਿਖਾਇਆ ਜਾਂਦਾ ਹੈ ਤੇ ਫਿਰ ਵਿਦੇਸ਼ਾਂ ਦੇ ਵੀਜ਼ੇ ਲਵਾ ਕੇ ਉਹਨਾਂ ਨੂੰ ਅਮਰੀਕਾ, ਕੈਨੇਡਾ ਦੇ ਗੁਰਦੁਆਰਿਆਂ ਵਿੱਚ ਲਿਜਾ ਕੇ ਕੀਰਤਨ ਕਰਵਾਇਆ ਜਾਂਦਾ ਹੈ। ਲੋਕਾਂ ਦਾ ਬੱਚਿਆਂ ਦੁਆਰਾ ਕੀਤੇ ਕੀਰਤਨ ਤੇ ਮੋਹਿਤ ਹੋ ਕੇ ਪ੍ਰਭਾਵਿਤ ਹੋਣਾ ਕੁਦਰਤੀ ਗੱਲ। ਬਾਬਾ ਜੀ ਉੱਠ ਕੇ ਖਲੋਂਦੇ ਤੇ ਬੱਚਿਆਂ ਵੱਲ ਹੱਥ ਕਰਕੇ ਬੜੀ ਕਰੁਣਾਮਈ ਆਵਾਜ਼ ਵਿੱਚ ਕਹਿੰਦੇ, ਸਾਧ ਸੰਗਤ ਜੀ, ਇਹ ਬੱਚੇ 1984 ਵਿੱਚ ਦਿੱਲੀ ਕਤਲੇਆਮ ਦੇ ਯਤੀਮ ਹਨ। ਇਹਨਾਂ ਦੇ ਪਾਲਣ ਪੋਸ਼ਣ ਤੇ ਬਹੁਤ ਖਰਚ ਹੁੰਦਾ ਹੈ। ਆਪਣੇ ਆਪਣੇ ਖੀਸੇ ਵਿੱਚ ਹੱਥ ਪਾਓ ਤੇ ਜੋ ਕੁਝ ਤੁਹਾਡੇ ਕੋਲ ਹੈ ਇਹਨਾਂ ਬੱਚਿਆਂ ਦੀ ਸਹਾਇਤਾ ਤੇ ਪੜ੍ਹਾਈ ਲਈ ਦਾਨ ਦਿਓ। ਤੁਹਾਡਾ ਇਹਨਾਂ ਗਰੀਬ ਬੱਚਿਆਂ ਨੂੰ ਦਿੱਤਾ ਹੋਇਆ ਦਾਨ ਨਕਾਰਥ ਨਹੀਂ ਜਾਵੇਗਾ। ਵਾਹਿਗੁਰੂ ਤੁਹਾਨੂੰ ਵੱਧ ਦੇਵੇਗਾ। ਪਹਿਲਾਂ ਗਿਆਨੀ ਲੋਕ ਕਹਿੰਦੇ ਹੁੰਦੇ ਸਨ ਕਿ ਸੰਤ ਸਵਰਗ ਨਹੀਂ ਜਾਂਦੇ, ਉਹ ਜਿੱਥੇ ਹੁੰਦੇ ਹਨ ਉੱਥੇ ਹੀ ਸਵਰਗ ਹੁੰਦਾ ਹੈ। ਪਰ ਹੁਣ ਦੇ ਸੰਤ ਤਾਂ ਜਿੱਥੇ ਵੀ ਜਾਂਦੇ ਹਨ ਉੱਥੇ ਗੰਦ ਹੀ ਘੋਲਦੇ ਹਨ ਤੇ ਝੂਠ ਬੋਲ ਕੇ ਲੋਕਾਂ ਨੂੰ ਲੁੱਟਦੇ ਹਨ। ਮੇਰੇ ਰਿਸ਼ਤੇਦਾਰਾਂ ਦੀ 9ਵੀਂ ਜਾਂ 10ਵੀਂ 'ਚ ਪੜ੍ਹਦੀ ਬੱਚੀ ਵੀ ਉਸ ਟੀਮ ਵਿੱਚ ਸ਼ਾਮਲ ਸੀ। ਹੋਰ 3-4 ਕੁੜੀਆਂ ਵੀ ਉਸੇ ਦੀ ਕਲਾਸ ਦੀਆਂ ਹੀ ਸਨ। ਸੁਖੀ ਸਾਂਦੀ ਚੰਗੇ ਭਲੇ ਮਾਂ ਪਿਓ ਜਿਉਂਦੇ ਹੋਣ ਤੇ ਵੀ ਮਰੇ ਹੋਣ ਦੀ ਗੱਲ ਸੁਣ ਕੇ ਉਹ ਰੋਣ ਲੱਗ ਪਈਆਂ, ਕਿਉਂਕਿ 9ਵੀਂ 10ਵੀਂ ਵਿੱਚ ਪੜ੍ਹਦੀਆਂ ਕੁੜੀਆਂ ਕਾਫੀ ਸਿਆਣੀਆਂ ਹੁੰਦੀਆਂ ਹਨ ਤੇ ਹਰ ਗੱਲ ਦਾ ਅਰਥ ਸਮਝਦੀਆਂ ਹਨ। ਉਹਨਾਂ ਨੂੰ ਰੋਂਦੀਆਂ ਨੂੰ ਵੇਖ ਕੇ ਲੋਕਾਂ ਨੂੰ ਬਾਬਾ ਜੀ ਦੀ ਕਹੀ ਹੋਈ ਗੱਲ ਦੀ ਪੱਕੀ ਪੁਸ਼ਟੀ ਹੋ ਗਈ ਤੇ ਕਿਸੇ ਨੂੰ ਬੱਚਿਆਂ ਦੇ ਯਤੀਮ ਹੋਣ ਬਾਰੇ ਕੋਈ ਸ਼ੱਕ ਨਾ ਰਿਹਾ। ਬਸ ਵੇਖਦਿਆਂ ਵੇਖਦਿਆਂ ਹੀ ਮਾਇਆ ਦੇ ਢੇਰ ਲੱਗ ਗਏ। ਸੱਜਣ ਠੱਗ ਵੀ ਇਹਨਾਂ ਸਿੱਖ ਬਾਬਿਆਂ ਨਾਲੋਂ ਕਿੰਨਾ ਕੁ ਵੱਧ ਸਿਆਣਾ ਹੋਵੇਗਾ। ਅਸਲੀਅਤ ਇਹ ਹੈ ਕਿ ਕਤਲੇਆਮ ਦੇ ਸ਼ਿਕਾਰ ਹੋਏ ਤੇ ਖਾੜਕੂਆਂ ਦੇ ਯਤੀਮ ਬੱਚਿਆਂ ਦੀ ਵੀ ਇਹ ਸਕੂਲ ਠੋਕ ਕੇ ਫੀਸ ਮੰਗਦਾ ਰਿਹਾ ਹੈ। ਸੱਚੀ ਗੱਲ ਤਾਂ ਇਹ ਹੈ ਕਿ ਇਸ ਨੇ ਕਿਸੇ ਇਹੋ ਜਿਹੇ ਬੱਚੇ ਨੂੰ ਇਸ ਸਕੂਲ ਵਿੱਚ ਦਾਖਲ ਹੀ ਨਹੀਂ ਕੀਤਾ। ਮਾਇਆ ਇਕੱਠੀ ਕਰਨ ਦਾ ਇੱਕ ਹੋਰ ਤਰੀਕਾ ਇਹ ਕੱਢਿਆ ਗਿਆ ਹੈ ਕਿ ਜਿਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਕਿਸਾਨ ਹਨ ਉਹਨਾਂ ਕੋਲੋਂ ਕਣਕ ਇਕੱਠੀ ਕਰਨ ਲਈ ਆਪਣੇ ਵਿਹਲੜ ਜਿਹੇ ਚੇਲੇ ਘੱਲ ਦਿੰਦੇ ਹਨ ਤੇ ਕਹਿੰਦੇ ਹਨ ਕਿ ਬੱਚਿਆਂ ਦੇ ਖਾਣ ਲਈ ਹੱਕ ਹਲਾਲ ਦੀ ਕਮਾਈ ਦੀ ਕਣਕ ਲੰਗਰ ਵਾਸਤੇ ਇਕੱਠੀ ਕਰ ਰਹੇ ਹਾਂ। ਹੈ ਕਿ ਨਹੀਂ ਕਿਸਾਨਾਂ ਵਿਚਾਰਿਆਂ ਨੂੰ ਠੱਗਣ ਦਾ ਇੱਕ ਨਵਾਂ ਹੀ ਢੰਗ। ਇਹ ਉਗਰਾਹੀ ਕਰਨ ਦਾ ਤਰੀਕਾ ਇੱਕ ਸਾਧ ਨੇ ਨਹੀਂ 100% ਸਾਧਾਂ ਨੇ ਹੀ ਅਪਣਾਇਆ ਹੋਇਆ। ਇਸ ਬਹਾਨੇ ਨਾਲ ਹਜ਼ਾਰਾਂ ਬੋਰੀਆਂ ਕਣਕ, ਝੋਨਾ ਤੇ ਆਲੂ ਇੱਕ ਸੀਜ਼ਨ ਵਿੱਚ ਇਕੱਠੇ ਕੀਤੇ ਜਾਂਦੇ ਹਨ। ਰਈਏ ਦੀ ਮੰਡੀ ਜੋ GT ਰੋਡ ਤੇ ਬਿਲਕੁਲ ਉੱਪਰ ਹੈ, ਅੰਮ੍ਰਿਤਸਰ ਜਾਂਦਿਆਂ ਇੱਕ ਵਾਹਵਾ ਛੋਟੇ ਪਹਾੜ ਜਿੱਡਾ ਕਣਕ ਦਾ ਢੇਰ ਲੱਗਾ ਮੈਂ ਵੇਖਿਆ ਤਾਂ ਘੜੀ ਮੁੜੀ ਵਿਚਾਰ ਆਵੇ
ਕਿ ਕਿਸ ਕਿਸਾਨ ਦਾ ਏਡਾ ਵੱਡਾ ਢੇਰ ਹੋਵੇਗਾ। ਜ਼ਮੀਨ ਤਾਂ ਸੀਲਿੰਗ ਲੱਗ ਕੇ 17 ਏਕੜ ਫੀ ਪਰਿਵਾਰ ਰਹਿ ਗਈ ਹੈ। ਇਹ ਏਡਾ ਜ਼ਿਮੀਂਦਾਰ ਕਿਹੜਾ ਹੋਇਆ? ਪੁੱਛਣ ਤੇ ਪਤਾ ਲੱਗਾ ਕਿ ਇਹ ਢੇਰ ਇੱਕ ਡੇਰੇ ਵਾਲੇ ਸਾਧ ਦਾ ਹੈ। ਸੱਚਮੁੱਚ ਹੀ ਏਡਾ ਢੇਰ ਪੰਜਾਬ ਦੇ ਕਿਸੇ ਕਿਸਾਨ ਦਾ ਹੋ ਹੀ ਨਹੀਂ ਸਕਦਾ। ਇਹੋ ਹੀ ਸਾਧ ਲੋਕਾਂ ਨੂੰ ਪ੍ਰਵਚਨ ਕਰਦੇ ਹਨ ਕਿ ਲਾਲਚ ਨਹੀਂ ਕਰਨਾ ਚਾਹੀਦਾ, ਨਾ ਹੀ ਮਾਇਆ ਦਾ ਮੋਹ ਹੀ ਕਰਨਾ ਚਾਹੀਦਾ। ਪਰ ਵੇਖ ਲਓ, ਲੰਗਰ ਦਾ ਨਾਂ ਲੈ ਕੇ ਇਕੱਠੀ ਕੀਤੀ ਕਣਕ ਹੁਣ ਮੰਡੀ ਵਿੱਚ ਵੇਚ ਕੇ ਪੈਸੇ ਕਮਾਏ ਜਾ ਰਹੇ ਹਨ। ਲਾਲਚ ਨਾ ਕਰਨ ਦਾ ਉਪਦੇਸ਼ ਦੇਣ ਵਾਲੇ ਲਾਲਚੀ ਪੰਜਾਬ ਦੀ ਧਰਤੀ ਦੇ ਚੱਪੇ ਚੱਪੇ ਤੇ ਦਾਨ ਦਨਾਉਂਦੇ ਫਿਰਦੇ ਹਨ ਤੇ ਵਿਚਾਰੇ ਕਿਸਾਨ ਨਾ ਚਾਹੁੰਦੇ ਹੋਏ ਵੀ ਇਹਨਾਂ ਦੀ ਇੱਛਾ ਅੱਗੇ ਸਿਰ ਝੁਕਾਉਂਦੇ ਹਨ। ਜੇ ਹੁਣ ਗੁਰੂ ਗੋਬਿੰਦ ਸਿੰਘ ਜੀ ਆਪ ਆ ਜਾਣ ਤੇ ਮਸੰਦਾਂ ਨੂੰ ਸਾੜਨ ਵਾਂਗ ਮਿੱਟੀ ਦੇ ਤੇਲ ਦੇ ਪੀਪੇ ਇਕੱਠੇ ਕਰਵਾਉਣ ਕਿ ਨਾ, ਕਈਆਂ ਨੂੰ ਤਾਂ ਚੇਤੂ ਮਸੰਦ ਵਾਂਗ ਤੱਤਾ ਤੱਤਾ ਗੁੜ ਸਿਰ ਵਿੱਚ ਪਾ ਕੇ ਸਾੜਨ। ਕਿਤਾਬ ਤੇ ਸਿੱਖ ਵੀ ਨਿਕਲਿਆ ਗਿਆ। ਲੇਖਕ ਕੁਲਬੀਰ ਸਿੰਘ ਕੌੜਾ, ਭਾਗ 6ਵਾਂ, ਆਵਾਜ਼ ਭਾਈ ਗੁਰਜੰਟ ਸਿੰਘ ਰੂਪਵਾਲੀ। ਪੂਰੀ ਕਿਤਾਬ ਸੁਣਨ ਵਾਸਤੇ YouTube ਚੈਨਲ ਗੁਰਜੰਟ ਸਿੰਘ ਰੂਪਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।